ਭਜਨਾਂ ਦੀ ਕਿਤਾਬ ਅਧਿਆਇ 71। ਹੇ ਪ੍ਰਭੂ, ਮੈਂ ਤੇਰੀ ਸ਼ਰਨ ਆਇਆ ਹਾਂ, ਤੂੰ ਮੈਨੂੰ ਕਦੇ ਸ਼ਰਮਿੰਦਿਆ ਨਾ ਹੋਣ ਦੇ। ਆਪਣੇ ਸੱਤ ਨਾਲ ਮੇਰਾ ਬਚਾਅ ਕਰ। ਤੂੰ ਮੇਰੀ ਪੁਕਾਰ ਸੁਣ ਅਤੇ ਮੇਰੀ ਮਦਦ ਕਰ। ਤੂੰ ਮੇਰੀ ਸ਼ਰਨ ਲੈਣ ਦੀ ਥਾਂ ਹੈ ਜਿੱਥੇ ਮੈਂ ਹਮੇਸ਼ਾ ਜਾ ਸਕਦਾ ਹਾਂ। ਸੋ ਤੂੰ ਮੇਰਾ ਕਿਲ੍ਹਾ ਅਤੇ ਚਟਾਨ ਹੈ। ਹੇ ਮੇਰੇ ਪਰਮੇਸ਼ਰ, ਤੂੰ ਮੈਨੂੰ ਦੁਸ਼ਟ, ਅਨਿਆਈ ਅਤੇ ਅਤਿਆਚਾਰੀ ਦੇ ਹੱਥੋਂ ਬਚਾ। ਹੇ ਪ੍ਰਭੂ, ਤੂੰ ਮੇਰੀ ਆਸਾ ਹੈ। ਹੇ ਮਾਲਕ, ਬਾਲਕਪਣ ਤੋਂ ਮੇਰਾ ਭਰੋਸਾ ਤੇਰੇ ਉੱਤੇ ਹੀ ਹੈ। ਮੈਂ ਆਪਣੇ ਜਨਮ ਤੋਂ ਤੈਨੂੰ ਹੀ ਆਪਣਾ ਆਸਰਾ ਮੰਨਿਆ ਹੈ। ਤੂੰ ਹੀ ਮੈਨੂੰ ਮੇਰੀ ਮਾਤਾ ਦੇ ਗਰਭ ਤੋਂ ਬਾਹਰ ਲਿਆਂਦਾ ਸੀ। ਮੈਂ ਹਮੇਸ਼ਾ ਤੇਰੀ ਵਡਿਆਈ ਕਰਾਂਗਾ। ਮੈਂ ਬਹੁਤੇ ਲੋਕਾਂ ਲਈ ਇੱਕ ਚਮਤਕਾਰ ਹਾਂ, ਪਰ ਤੂੰ ਹੀ ਮੇਰਾ ਅਸਲ ਬਚਾਅ ਕਰਨ ਵਾਲਾ ਹੈ। ਮੇਰਾ ਮੂੰਹ ਹਮੇਸ਼ਾ ਤੇਰੀ ਮਹਿਮਾ ਕਰਦਾ ਭਰਿਆ ਰਹਿੰਦਾ ਹੈ ਅਤੇ ਮੈਂ ਦਿਨ ਭਰ ਤੇਰੀ ਵਡਿਆਈ ਕਰਦਾ ਹਾਂ। ਤੂੰ ਮੈਨੂੰ ਮੇਰੇ ਬੁਢਾਪੇ ਵਿੱਚ ਆਪਣੇ ਤੋਂ ਦੂਰ ਨਾ ਕਰ ਅਤੇ ਮੈਨੂੰ ਕਮਜ਼ੋਰ ਨਾ ਛੱਡ। ਮੇਰੇ ਵੈਰੀ ਮੇਰੇ ਬਾਰੇ ਗੱਲਾਂ ਕਰਦੇ ਹਨ। ਮੇਰੀ ਜਾਨ ਦੇ ਗਾਹਕ ਹਰ ਸਮੇਂ ਵਿਉਂਤਾਂ ਬਣਾਉਂਦੇ ਹਨ। ਕਹਿੰਦੇ ਹਨ, ਪਰਮੇਸ਼ਰ ਨੇ ਉਸ ਨੂੰ ਤਿਆਗ ਦਿੱਤਾ ਹੈ। ਉਸ ਦਾ ਪਿੱਛਾ ਕਰੋ ਤੇ ਪਕੜ ਲਵੋ, ਕਿਉਂਕਿ ਉਸ ਨਾਲ ਉਸ ਦਾ ਬਚਾਉਣ ਵਾਲਾ ਕੋਈ ਨਹੀਂ ਹੈ। ਹੇ ਮੇਰੇ ਪਰਮੇਸ਼ਰ, ਮੇਰੇ ਤੋਂ ਦੂਰ ਨਾ ਰਹਿ, ਸਗੋਂ ਤੂੰ ਮੇਰੀ ਤੁਰੰਤ ਸਹਾਇਤਾ ਕਰ। ਮੇਰੀ ਜਾਨ ਦੇ ਵੈਰੀ ਸ਼ਰਮਿੰਦਗੀ ਨਾਲ ਨਾਸ਼ ਹੋ ਜਾਣ। ਮੇਰਾ ਬੁਰਾ ਤੱਕਣ ਵਾਲੇ ਨਿੰਦਾ ਅਤੇ ਅਪਮਾਨ ਨਾਲ ਖਤਮ ਹੋ ਜਾਣ। ਪਰ ਮੈਂ ਸਦਾ ਤੇਰੇ ਤੇ ਆਸ ਰੱਖਾਂਗਾ ਅਤੇ ਅਦਿੱਖ ਤੋਂ ਅਦਿੱਖ ਤੇਰੀ ਵਡਿਆਈ ਕਰਾਂਗਾ। ਮੈਂ ਤੇਰੇ ਸੱਤ ਬਾਰੇ ਦੱਸਾਂਗਾ ਅਤੇ ਹਰ ਰੋਜ਼ ਤੇਰੀ ਮੁਕਤੀ ਦੇ ਕੰਮਾਂ ਦਾ ਬਿਆਨ ਕਰਾਂਗਾ। ਮੈਂ ਤਾਂ ਉਹਨਾਂ ਦੀ ਗਿਣਤੀ ਵੀ ਨਹੀਂ ਜਾਣਦਾ। ਹੇ ਪ੍ਰਭੂ ਪਰਮੇਸ਼ਵਰ, ਮੈਂ ਤੇਰੇ ਮਹਾਨ ਕੰਮਾਂ ਦਾ ਬਿਆਨ ਕਰਦਾ ਹੋਇਆ ਆਵਾਂਗਾ। ਮੈਂ ਕੇਵਲ ਤੇਰੇ ਸੱਤ ਦਾ ਹੀ ਬਿਆਨ ਕਰਾਂਗਾ। ਹੇ ਪਰਮੇਸ਼ਰ, ਤੂੰ ਮੈਨੂੰ ਮੇਰੇ ਬਾਲਕਪਣ ਤੋਂ ਸਿਖਾਇਆ ਹੈ ਅਤੇ ਮੈਂ ਇਸ ਸਮੇਂ ਤੱਕ ਤੇਰੇ ਅਦਭੁਤ ਕੰਮਾਂ ਦਾ ਬਿਆਨ ਕਰਦਾ ਹਾਂ। ਹੁਣ ਹੇ ਪਰਮੇਸ਼ਰ, ਮੇਰੇ ਬੁਢੇਪੇ ਵਿੱਚ, ਜਦੋਂ ਕਿ ਮੇਰੇ ਸਭ ਵਾਲ ਚਿੱਟੇ ਹੋ ਚੁੱਕੇ ਹਨ, ਤੂੰ ਮੈਨੂੰ ਨਾ ਤਿਆਗ। ਹਾਂ, ਉਸ ਸਮੇਂ ਤੱਕ ਜਦੋਂ ਤੱਕ ਕਿ ਮੈਂ ਅੱਗੇ ਆਉਣ ਵਾਲੀਆਂ ਸਭ ਪੀੜ੍ਹੀਆਂ ਸਾਹਮਣੇ ਤੇਰੇ ਬਲ ਅਤੇ ਸ਼ਕਤੀ ਬਾਰੇ ਬਿਆਨ ਨਾ ਕਰ ਲਵਾਂ। ਹੇ ਪਰਮੇਸ਼ਰ, ਤੇਰਾ ਸੱਤ ਬੱਦਲਾਂ ਤੱਕ ਪਹੁੰਚਿਆ ਹੈ। ਤੂੰ ਮਹਾਨ ਕੰਮ ਕੀਤੇ ਹਨ। ਹੇ ਪਰਮੇਸ਼ਰ, ਤੇਰਾ ਟਾਕਰਾ ਕੌਣ ਕਰ ਸਕਦਾ ਹੈ? ਤੂੰ ਮੈਨੂੰ ਕਈ ਦੁੱਖ ਅਤੇ ਪੀੜਾਂ ਦਿਖਾਈਆਂ, ਪਰ ਤੂੰ ਮੈਨੂੰ ਫਿਰ ਨਰੋਇਆ ਕਰ ਅਤੇ ਮੈਨੂੰ ਫਿਰ ਕਬਰ ਵਿੱਚੋਂ ਬਾਹਰ ਕੱਢ। ਤੂੰ ਮੈਨੂੰ ਫਿਰ ਉੱਚੀਆਂ ਕਰ ਅਤੇ ਮੈਨੂੰ ਤਸੱਲੀ ਦੇ। ਹੇ ਮੇਰੇ ਪਰਮੇਸ਼ਰ, ਮੈਂ ਬੀਨ ਵਜਾ ਕੇ ਤੇਰੀ ਅਤੇ ਤੇਰੇ ਸੱਤ ਦੀ ਵਡਿਆਈ ਕਰਾਂਗਾ। ਮੈਂ ਡੱਫ ਵਜਾ ਕੇ ਇਜ਼ਰਾਈਲ ਦੇ ਪਵਿੱਤਰ ਪਰਮੇਸ਼ਰ ਦੀ ਮਹਿਮਾ ਕਰਾਂਗਾ। ਵਡਿਆਈ ਕਰਦੇ ਸਮੇਂ ਮੇਰਾ ਮੂੰਹ ਉੱਚੀ ਦਿੱਤੀ ਮਹਿਮਾ ਗਾਵੇਗਾ ਅਤੇ ਮੇਰੀ ਜਾਨ ਵੀ ਤੇਰੀ ਮਹਿਮਾ ਕਰੇਗੀ, ਕਿਉਂਕਿ ਤੂੰ ਉਸ ਨੂੰ ਛੁਟਕਾਰਾ ਦਿੱਤਾ ਹੈ। ਮੇਰੀ ਜੀਭ ਵੀ ਸਾਰਾ ਦਿਨ ਤੇਰੇ ਸੱਤ ਦਾ ਬਿਆਨ ਕਰੇਗੀ, ਕਿਉਂਕਿ ਬੁਰਾ ਚਾਹਣ ਵਾਲੇ ਸ਼ਰਮਿੰਦੇ ਅਤੇ ਅਪਮਾਨਿਤ ਹੋ ਚੁੱਕੇ ਹਨ। ਭਜਨਾਂ ਦੀ ਕਿਤਾਬ ਅਧਿਆਇ 72। ਹੇ ਪਰਮੇਸ਼ਰ, ਰਾਜਾ ਨੂੰ ਤੂੰ ਨਿਆਂ ਕਰਨਾ ਸਿਖਾ ਅਤੇ ਧਰਮ ਦੀ ਸਿੱਖਿਆ ਰਾਜ ਪੁੱਤਰ ਨੂੰ ਦੇ। ਉਹ ਤੇਰੇ ਲੋਕਾਂ ਦਾ ਨਿਆਂ ਸੱਚਾਈ ਦੇ ਆਧਾਰ ਤੇ ਅਤੇ ਗਰੀਬਾਂ ਦਾ ਨਿਰਪੱਖ ਹੋ ਕੇ ਕਰੇ। ਪਹਾੜ ਅਤੇ ਪਹਾੜੀਆਂ ਲੋਕਾਂ ਲਈ ਸੁੱਖ ਦਾ ਕਾਰਨ ਬਣਨ, ਤਾਂ ਜੋ ਹਰ ਪਾਸੇ ਸੱਤ ਰਾਜ ਕਰੇ। ਰਾਜਾ ਗਰੀਬਾਂ ਦੀ ਸੰਤਾਨ ਦਾ ਬਚਾਅ ਕਰੇ ਅਤੇ ਅਤਿਆਚਾਰੀਆਂ ਦਾ ਨਾਸ਼ ਕਰੇ। ਜਦੋਂ ਤੱਕ ਸੂਰਜ ਅਤੇ ਚੰਦਰਮਾ ਹਨ, ਉਹ ਪੀੜ੍ਹੀਓ ਪੀੜ੍ਹੀ ਤੇਰੇ ਤੋਂ ਡਰਦੇ ਹਨ। ਰਾਜਾ ਦਾ ਆਉਣਾ ਵਰਖਾ ਦੀ ਤਰ੍ਹਾਂ ਹੋਵੇ ਅਤੇ ਉਸ ਦਾ ਡਿੱਗਣਾ ਪਾਣੀ ਦੀ ਫੁਹਾਰ ਦੇ ਵਰਗਾ ਹੋਵੇ। ਉਸ ਦੇ ਰਾਜਕਾਲ ਵਿੱਚ ਸੱਤ ਦਾ ਵਾਧਾ ਹੋਵੇ ਅਤੇ ਜਦੋਂ ਤੱਕ ਚੰਦਰਮਾ ਹੈ, ਉਸ ਦੇ ਰਾਜ ਵਿੱਚ ਸ਼ਾਂਤੀ ਸਥਾਪਿਤ ਰਹੇ। ਉਸ ਦਾ ਰਾਜ ਇੱਕ ਸਾਗਰ ਦੇ ਕੰਢੇ ਤੋਂ ਦੂਜੇ ਸਾਗਰ ਤੱਕ ਹੋਵੇ ਅਤੇ ਦਰਿਆ ਫਰਾਤ ਤੋਂ ਧਰਤੀ ਦੀਆਂ ਅੰਤਮ ਹੱਦਾਂ ਤੱਕ। ਜੰਗਲੀ ਕਬੀਲੇ ਉਸ ਦੇ ਸਾਹਮਣੇ ਗੋਡੇ ਟੇਕਣ ਅਤੇ ਉਸ ਦੇ ਬੈਰੀ ਉਸ ਦੇ ਪੈਰਾਂ ਦਾ ਘੱਟਾ ਫੱਕਣ। ਸਪੇਨ ਅਤੇ ਸਭ ਦੀਪਾਂ ਦੇ ਰਾਜਾ ਉਸ ਦੇ ਸਾਹਮਣੇ ਸਿਰ ਝੁਕਾਉਣ ਅਤੇ ਅਰਬ ਤੇ ਇਥੋਪੀਆ ਨਿਵਾਸੀ ਉਸ ਨੂੰ ਭੇਂਟਾਂ ਚੜਾਉਣ। ਸਭ ਰਾਜੇ ਉਸ ਦੇ ਸਾਹਮਣੇ ਸਿਰ ਨੀਵਾਂ ਕਰਨ ਅਤੇ ਸਭ ਕੌਮਾਂ ਉਸ ਦੀ ਸੇਵਾ ਕਰਨ। ਉਹ ਲੋੜਵੰਦਾਂ ਦੀ ਪੁਕਾਰ ਤੇ ਉਹਨਾਂ ਦਾ ਬਚਾਅ ਕਰੇਗਾ ਅਤੇ ਗਰੀਬ ਬੇਸਹਾਰਿਆਂ ਦੀ ਮਦਦ ਕਰੇਗਾ। ਸੋ ਉਹ ਗਰੀਬਾਂ ਅਤੇ ਲੋੜਵੰਦਾਂ ਤੇ ਤਰਸ ਖਾਏਗਾ ਅਤੇ ਉਹਨਾਂ ਦੀ ਜਾਨ ਦੀ ਰੱਖਿਆ ਕਰੇਗਾ। ਉਹ ਉਹਨਾਂ ਨੂੰ ਅਤਿਆਚਾਰ ਅਤੇ ਹਿੰਸਾ ਤੋਂ ਬਚਾਏਗਾ ਅਤੇ ਉਹਨਾਂ ਦਾ ਲਹੂ ਉਸ ਦੇ ਸਾਹਮਣੇ ਬਹੁਮੁੱਲਾ ਠਹਿਰੇਗਾ। ਰਾਜਾ ਲੰਮੀ ਉਮਰ ਭੋਗੇ। ਅਰਬ ਦਾ ਕੀਮਤੀ ਸੋਨਾ ਉਸ ਦੀ ਭੇਂਟ ਚੜਾਇਆ ਜਾਵੇ। ਉਸ ਦੇ ਲਈ ਲਗਾਤਾਰ ਪ੍ਰਾਰਥਨਾ ਕੀਤੀ ਜਾਵੇ ਅਤੇ ਹਰ ਰੋਜ਼ ਉਸ ਲਈ ਅਸੀਸ ਮੰਗੀ ਜਾਵੇ। ਉਸ ਦੇ ਦੇਸ਼ ਦੇ ਖੇਤਾਂ ਵਿੱਚ ਬਹੁਤਾਤ ਵਿੱਚ ਅਨਾਜ ਹੋਵੇ ਅਤੇ ਉਹ ਪਹਾੜ ਦੀਆਂ ਚੋਟੀਆਂ ਤੋਂ ਵੀ ਲਹਿਰਾਏ।
ਉਸ ਦਾ ਫਲ ਲਬਾਨੋਨ ਦੇ ਵਰਗਾ ਹੋਵੇ ਅਤੇ ਉਸ ਦੇ ਨਗਰ ਨਿਵਾਸੀ ਹਰੀ ਘਾਹ ਦੀ ਤਰ੍ਹਾਂ ਵਧਣ ਫੁੱਲਣ। ਉਸ ਦਾ ਨਾਂ ਹਮੇਸ਼ਾ ਤੱਕ ਰਹੇ, ਜਦੋਂ ਤੱਕ ਸੂਰਜ ਹੈ ਉਹ ਵੀ ਰਹੇ। ਉਸ ਦਾ ਨਾਂ ਲੈ ਕੇ ਲੋਕ ਆਪਣੇ ਆਪ ਨੂੰ ਧੰਨ ਕਹਿਣ ਅਤੇ ਸਭ ਕੌਮਾਂ ਉਸ ਨੂੰ ਕਹਿਣ, ਪ੍ਰਭੂ ਪਰਮੇਸ਼ਰ, ਇਜ਼ਰਾਈਲ ਦਾ ਪਰਮੇਸ਼ਰ ਧੰਨ ਹੈ, ਉਹ ਕੇਵਲ ਅਦਭੁਤ ਕੰਮ ਕਰਦਾ ਹੈ। ਉਸ ਦੇ ਨਾਂ ਦੀ ਮਹਿਮਾ ਹਮੇਸ਼ਾ ਤੱਕ ਹੋਵੇ ਅਤੇ ਸਭ ਧਰਤੀ ਉਸ ਦੀ ਮਹਿਮਾ ਨਾਲ ਭਰ ਜਾਵੇ। ਆਮੀਨ, ਆਮੀਨ। ਭਜਨਾਂ ਦੀ ਕਿਤਾਬ ਅਧਿਆਇ 73। ਸੱਚਮੁੱਚ ਪਰਮੇਸ਼ਰ ਇਜ਼ਰਾਈਲ ਦੇ ਲਈ ਭਲਾ ਹੈ, ਉਹ ਸ਼ੁੱਧ ਮਨ ਵਾਲਿਆਂ ਦੇ ਲਈ ਭਲਾ ਹੈ। ਮੇਰੇ ਪੈਰ ਉਖੜਨ ਵਾਲੇ ਹੀ ਸਨ ਅਤੇ ਮੈਂ ਤਿਲਕਣ ਹੀ ਵਾਲਾ ਸਾਂ, ਕਿਉਂਕਿ ਮੈਂ ਹੰਕਾਰੀਆਂ ਨਾਲ ਈਰਖਾ ਕਰਨ ਲੱਗਾ ਸਾਂ ਅਤੇ ਦੁਸ਼ਟਾਂ ਦਾ ਵਾਧਾ ਹੁੰਦਾ ਦੇਖਿਆ। ਦੁਸ਼ਟ ਨੂੰ ਮੌਤ ਸਮੇਂ ਕਿਸੇ ਤਰ੍ਹਾਂ ਦੀਆਂ ਪੀੜਾਂ ਨਹੀਂ ਹੁੰਦੀਆਂ, ਕਿਉਂਕਿ ਉਹ ਤਕੜੇ ਅਤੇ ਸਿਹਤਮੰਦ ਹਨ। ਉਹਨਾਂ ਤੇ ਦੂਜੇ ਲੋਕਾਂ ਦੀ ਤਰ੍ਹਾਂ ਦੁੱਖ ਨਹੀਂ ਆਉਂਦਾ ਅਤੇ ਨਾ ਹੀ ਉਹ ਸੰਕਟ ਵਿੱਚ ਪੈਂਦੇ ਹਨ। ਇਸ ਲਈ ਹੰਕਾਰ ਉਹਨਾਂ ਦੇ ਗਲ ਦਾ ਹਾਰ ਬਣਿਆ ਅਤੇ ਹਿੰਸਾ ਉਹਨਾਂ ਦਾ ਪਹਿਨਣ ਵਾਲਾ ਕੱਪੜਾ। ਉਹਨਾਂ ਦੀਆਂ ਅੱਖਾਂ ਤੇ ਚਰਬੀ ਚੜ੍ਹ ਗਈ ਅਤੇ ਉਹਨਾਂ ਦੇ ਦਿਲ ਬੁਰਾਈ ਨਾਲ ਉੱਤੋਂ ਤੱਕ ਭਰ ਗਏ। ਉਹ ਦੂਜਿਆਂ ਲਈ ਹਰ ਸਮੇਂ ਠੱਠੇ ਅਤੇ ਬੁਰੇ ਸ਼ਬਦ ਬੋਲਦੇ ਅਤੇ ਅਤਿਆਚਾਰ ਕਰਨ ਵਿੱਚ ਸਭ ਤੋਂ ਅੱਗੇ ਹੁੰਦੇ ਹਨ। ਉਹ ਸਵਰਗ ਦੇ ਵਿਰੁੱਧ ਬੋਲਦੇ ਹਨ ਅਤੇ ਧਰਤੀ ਤੇ ਉਹਨਾਂ ਦੀ ਜੀਭ ਖੂਬ ਚੱਲਦੀ ਹੈ, ਇੱਥੋਂ ਤੱਕ ਕਿ ਪ੍ਰਭੂ ਦੇ ਲੋਕ ਵੀ ਉਹਨਾਂ ਦੀ ਵਡਿਆਈ ਕਰਦੇ ਅਤੇ ਉਹਨਾਂ ਦੇ ਸ਼ਬਦਾਂ ਤੋਂ ਮਜ਼ਾ ਲੈਂਦੇ ਹਨ। ਉਹ ਕਹਿੰਦੇ ਹਨ, ਪਰਮੇਸ਼ਰ ਕਿਸ ਤਰ੍ਹਾਂ ਜਾਣ ਸਕਦਾ ਹੈ? ਕੀ ਪਰਮ ਪ੍ਰਧਾਨ ਕੁਝ ਜਾਣਦਾ ਹੈ? ਸੋ ਇਸ ਤਰ੍ਹਾਂ ਦੇ ਦੁਸ਼ਟ ਹੁੰਦੇ ਹਨ ਜੋ ਹਮੇਸ਼ਾ ਮਜ਼ੇ ਨਾਲ ਧਨ ਇਕੱਠਾ ਕਰਦੇ ਜਾਂਦੇ ਹਨ। ਕਿ ਮੈਂ ਵਿਅਰਥ ਹੀ ਆਪਣੇ ਮਨ ਨੂੰ ਸ਼ੁੱਧ ਕੀਤਾ ਅਤੇ ਨਿਰਦੋਸ਼ਤਾ ਨਾਲ ਆਪਣੇ ਹੱਥ ਧੋਤੇ, ਕਿਉਂਕਿ ਮੈਂ ਸਾਰਾ ਦਿਨ ਪੀੜਾਂ ਸਹਿੰਦਾ ਹਾਂ ਅਤੇ ਹਰ ਸਵੇਰ ਤਾੜਨਾ ਖਾਂਦਾ ਹਾਂ। ਜੇਕਰ ਮੈਂ ਇਸ ਤਰ੍ਹਾਂ ਕਿਹਾ ਹੁੰਦਾ, ਮੈਂ ਇਸ ਤਰ੍ਹਾਂ ਬੋਲਾਂਗਾ, ਤਾਂ ਮੈਂ ਤੇਰੇ ਲੋਕਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਸੰਬੰਧੀ ਵਿਸ਼ਵਾਸਘਾਤੀ ਠਹਿਰਦਾ। ਜਦੋਂ ਮੈਂ ਇਸ ਭੇਤ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਇਹ ਮੈਨੂੰ ਅਤ ਕਠਿਨ ਲੱਗਾ, ਪਰ ਜਦੋਂ ਮੈਂ ਪਰਮੇਸ਼ਰ ਦੇ ਪਵਿੱਤਰ ਥਾਂ ਤੇ ਗਿਆ ਤਾਂ ਮੈਨੂੰ ਦੁਸ਼ਟਾਂ ਦੇ ਅੰਤ ਦੀ ਸਮਝ ਆਈ। ਸੱਚਮੁੱਚ ਤੂੰ ਉਹਨਾਂ ਨੂੰ ਤਿਲਕਣ ਵਾਲੀਆਂ ਥਾਵਾਂ ਤੇ ਰੱਖਿਆ ਅਤੇ ਤੂੰ ਉਹਨਾਂ ਨੂੰ ਨਾਸ਼ ਹੋਣ ਦਿੱਤਾ। ਉਹ ਪਲ ਭਰ ਵਿੱਚ ਨਾਸ਼ ਹੋ ਗਏ ਅਤੇ ਭੈ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਜਕੜ ਲਿਆ। ਉਹ ਸੁਪਨੇ ਦੇ ਵਾਂਗ ਹਨ ਜੋ ਸਵੇਰ ਹੋਣ ਤੇ ਭੁੱਲ ਜਾਂਦਾ ਹੈ, ਕਿਉਂਕਿ ਤੂੰ ਜਾਗਣ ਤੇ ਉਹਨਾਂ ਨੂੰ ਭੁੱਲ ਜਾਂਦਾ ਹੈ। ਜਦੋਂ ਮੇਰਾ ਮਨ ਕੌੜਾ ਹੋ ਗਿਆ ਅਤੇ ਮੇਰੇ ਦਿਲ ਵਿੱਚ ਪੀੜ ਉੱਠੀ, ਮੈਂ ਮੂਰਖ ਅਤੇ ਨਾਸਮਝ ਸਾਂ ਅਤੇ ਤੇਰੇ ਸਾਹਮਣੇ ਪਸ਼ੂ ਜਿਹਾ ਸਾਂ, ਪਰ ਫਿਰ ਵੀ ਮੈਂ ਹਰ ਸਮੇਂ ਤੇਰੇ ਕੋਲ ਹੀ ਰਿਹਾ ਅਤੇ ਤੂੰ ਮੇਰਾ ਹੱਥ ਥੰਮੀ ਰੱਖਿਆ। ਤੂੰ ਆਪਣੀ ਸਲਾਹ ਨਾਲ ਮੇਰੀ ਅਗਵਾਈ ਕਰੇਂਗਾ ਅਤੇ ਅੰਤ ਵਿੱਚ ਮੈਨੂੰ ਆਦਰ ਨਾਲ ਸਵੀਕਾਰ ਕਰੇਂਗਾ। ਸਵਰਗ ਵਿੱਚ ਤੇਰੇ ਸਿਵਾ ਮੇਰਾ ਹੋਰ ਕੀ ਹੈ ਅਤੇ ਧਰਤੀ ਤੇ ਤੇਰੇ ਸਿਵਾ ਮੇਰਾ ਕੋਈ ਨਹੀਂ ਹੈ। ਮੇਰਾ ਸਰੀਰ ਅਤੇ ਦਿਲ ਨਾਸ਼ ਹੋ ਸਕਦਾ ਹੈ, ਪਰ ਪਰਮੇਸ਼ਰ ਹਮੇਸ਼ਾ ਮੇਰੇ ਦਿਲ ਦਾ ਸਹਾਰਾ ਅਤੇ ਹਿੱਸਾ ਹੈ। ਤੇਰੇ ਤੋਂ ਦੂਰ ਜਾਣ ਵਾਲੇ ਸੱਚਮੁੱਚ ਨਾਸ਼ ਹੋ ਜਾਣਗੇ ਅਤੇ ਤੇਰੇ ਰਾਹੋਂ ਭਟਕਣ ਵਾਲਿਆਂ ਨੂੰ ਤੂੰ ਨਾਸ਼ ਕਰ ਦੇਵੇਂਗਾ। ਪਰ ਮੇਰੇ ਲਈ ਪਰਮੇਸ਼ਰ ਦੀ ਨੇੜਤਾ ਭਲੀ ਹੈ। ਮੈਂ ਪ੍ਰਭੂ ਪਰਮੇਸ਼ਰ ਨੂੰ ਹੀ ਆਪਣਾ ਆਸਰਾ ਮੰਨਿਆ ਹੈ। ਮੈਂ ਤੇਰੇ ਸਭ ਕੰਮਾਂ ਦਾ ਬਿਆਨ ਕਰਾਂਗਾ। ਭਜਨਾਂ ਦੀ ਕਿਤਾਬ ਅਧਿਆਇ 74। ਹੇ ਪਰਮੇਸ਼ਰ, ਤੂੰ ਸਾਨੂੰ ਇਸ ਤਰ੍ਹਾਂ ਕਿਉਂ ਤਿਆਗ ਦਿੱਤਾ ਹੈ? ਤੇਰਾ ਗੁੱਸਾ ਕਿਉਂ ਤੇਰੇ ਆਪਣੇ ਹੀ ਲੋਕਾਂ ਦੇ ਵਿਰੁੱਧ ਭੜਕਿਆ ਹੈ? ਤੂੰ ਆਪਣੇ ਦਲ ਦੇ ਲੋਕਾਂ ਨੂੰ ਯਾਦ ਰੱਖ, ਜਿਨ੍ਹਾਂ ਨੂੰ ਤੂੰ ਪ੍ਰਾਚੀਨ ਕਾਲ ਵਿੱਚ ਮੁੱਲ ਲਿਆ ਸੀ, ਜਿਨ੍ਹਾਂ ਨੂੰ ਤੂੰ ਆਪਣੇ ਹੋਣ ਦੇ ਲਈ ਛੁਡਾਇਆ ਸੀ, ਅਤੇ ਆਪਣੇ ਰਹਿਣ ਦੀ ਥਾਂ ਸਿਯੋਨ ਪਹਾੜ ਨੂੰ ਵੀ ਯਾਦ ਕਰ। ਸਾਡੇ ਵੈਰੀਆਂ ਨੇ ਤੇਰੇ ਪਵਿੱਤਰ ਥਾਂ ਨੂੰ ਬਿਲਕੁਲ ਨਾਸ਼ ਕਰ ਦਿੱਤਾ ਹੈ। ਤੂੰ ਆ ਕੇ ਆਪ ਇਸ ਨਾਸ਼ ਨੂੰ ਦੇਖ। ਤੇਰੇ ਵੈਰੀ ਤੇਰੇ ਮੰਦਰ ਵਿੱਚ ਰੌਲਾ ਪਾਉਂਦੇ ਹਨ। ਉਹਨਾਂ ਨੇ ਉੱਥੇ ਆਪਣੇ ਝੰਡੇ ਗੱਡ ਦਿੱਤੇ ਹਨ। ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ ਉਹ ਕੁਹਾੜਿਆਂ ਨਾਲ ਰੁੱਖ ਕੱਟ ਰਹੇ ਹਨ। ਉਹਨਾਂ ਉਸ ਦਾ ਸਭ ਉਕਰਿਆ ਕੰਮ ਖਤਮ ਕਰ ਦਿੱਤਾ ਹੈ ਅਤੇ ਕੁਹਾੜਿਆਂ ਅਤੇ ਹਥੌੜਿਆਂ ਨਾਲ ਸਭ ਕੁਝ ਭੰਨ ਤੋੜ ਦਿੱਤਾ ਹੈ। ਉਹਨਾਂ ਨੇ ਤੇਰੇ ਮੰਦਰ ਨੂੰ ਅੱਗ ਲਾ ਦਿੱਤੀ ਹੈ ਅਤੇ ਤੇਰੇ ਨਾਂ ਦੀ ਥਾਂ ਨੂੰ ਢਾਹ ਕੇ ਧਰਤੀ ਨਾਲ ਮਿਲਾ ਦਿੱਤਾ ਹੈ। ਉਹਨਾਂ ਨੇ ਆਪਣੇ ਮਨ ਵਿੱਚ ਕਿਹਾ, ਅਸੀਂ ਉਹਨਾਂ ਨੂੰ ਬਿਲਕੁਲ ਤਬਾਹ ਕਰ ਦੇਵਾਂਗੇ, ਅਤੇ ਉਹਨਾਂ ਨੇ ਸਾਰੇ ਦੇਸ਼ ਵਿੱਚੋਂ ਪਰਮੇਸ਼ਰ ਦੇ ਸਭ ਮੰਦਰ ਸਾੜ ਦਿੱਤੇ ਹਨ। ਸਾਡੇ ਸਭ ਚਿੰਨ੍ਹ ਖਤਮ ਹੋ ਚੁੱਕੇ ਹਨ। ਸਾਡੇ ਵਿੱਚ ਕੋਈ ਨਬੀ ਨਹੀਂ ਰਿਹਾ ਹੈ। ਸਾਡਾ ਇਹ ਹਾਲ ਕਦੋਂ ਤੱਕ ਰਹੇਗਾ? ਕੋਈ ਦੱਸਣ ਵਾਲਾ ਪਿੱਛੇ ਨਹੀਂ ਹੈ। ਹੇ ਪਰਮੇਸ਼ਰ, ਕਦੋਂ ਤੱਕ ਸਾਡੇ ਵਿਰੋਧੀ ਸਾਨੂੰ ਠੱਠੇ ਕਰਦੇ ਰਹਿਣਗੇ? ਕੀ ਹਮੇਸ਼ਾ ਤੱਕ ਵੈਰੀ ਲੋਕ ਤੇਰੇ ਨਾਂ ਦੀ ਨਿੰਦਾ ਕਰਨਗੇ? ਤੂੰ ਆਪਣਾ ਸੱਜਾ ਹੱਥ ਕਿਉਂ ਪਿੱਛੇ ਖਿੱਚਿਆ ਹੈ? ਤੂੰ ਕਿਉਂ ਸਾਡੀ ਮਦਦ ਤੋਂ ਇਨਕਾਰ ਕਰ ਦਿੱਤਾ ਹੈ?
ਪਰਮੇਸ਼ਰ ਆਰੰਭ ਕਾਲ ਤੋਂ ਹੀ ਮੇਰਾ ਰਾਜਾ ਹੈ ਅਤੇ ਤੂੰ ਧਰਤੀ ਤੇ ਮੁਕਤੀ ਦਾ ਕੰਮ ਕਰਦਾ ਹੈ। ਤੂੰ ਆਪਣੇ ਬਲ ਦੇ ਨਾਲ ਸਮੁੰਦਰ ਨੂੰ 2 ਹਿੱਸਿਆਂ ਵਿੱਚ ਵੰਡ ਦਿੱਤਾ ਅਤੇ ਸਮੁੰਦਰੀ ਮਗਰਮੱਛਾਂ ਦੇ ਸਿਰ ਤੋੜ ਦਿੱਤੇ। ਤੂੰ ਮਹਾਦੈਤ ਲਵਿਥਿਆਨ ਦੇ ਸਿਰਾਂ ਨੂੰ ਫੇਹ ਸੁੱਟਿਆ ਅਤੇ ਜੰਗਲੀ ਨਿਵਾਸੀਆਂ ਨੂੰ ਉਸ ਦਾ ਸਰੀਰ ਖਾਣ ਦੇ ਲਈ ਦੇ ਦਿੱਤਾ। ਤੂੰ ਚਟਾਨ ਤੋੜ ਕੇ ਝਰਨੇ ਅਤੇ ਚਸ਼ਮੇ ਵਗਾਏ ਅਤੇ ਤੂੰ ਸਦਾ ਵਗਣ ਵਾਲੇ ਦਰਿਆਵਾਂ ਨੂੰ ਸੁਕਾ ਦਿੱਤਾ। ਤੇਰੇ ਹੀ ਦਿਨ ਤੇ ਰਾਤ ਹਨ। ਤੂੰ ਚੰਦ ਅਤੇ ਸੂਰਜ ਨੂੰ ਸਥਾਪਿਤ ਕੀਤਾ ਹੈ। ਤੂੰ ਹੀ ਧਰਤੀ ਦੀਆਂ ਸੀਮਾਵਾਂ ਬਣਾਈਆਂ ਹਨ ਅਤੇ ਗਰਮੀ ਤੇ ਸਰਦੀ ਦੀਆਂ ਰੁੱਤਾਂ ਨੂੰ ਪੈਦਾ ਕੀਤਾ। ਹੇ ਪ੍ਰਭੂ, ਯਾਦ ਕਰ, ਤੇਰੇ ਵੈਰੀ ਨੇ ਤੇਰੀ ਨਿੰਦਾ ਕੀਤੀ ਅਤੇ ਤੇਰੇ ਨਾਂ ਦਾ ਅਪਮਾਨ ਕੀਤਾ। ਤੂੰ ਆਪਣੇ ਭੋਲੇ ਕਬੂਤਰ ਨੂੰ ਜੰਗਲੀ ਜਾਨਵਰਾਂ ਅੱਗੇ ਨਾ ਸੁੱਟ ਅਤੇ ਆਪਣੇ ਗਰੀਬ ਦੇ ਪ੍ਰਾਣਾਂ ਨੂੰ ਨਾ ਭੁੱਲ। ਤੂੰ ਆਪਣੇ ਕੀਤੇ ਨੇਮ ਨੂੰ ਯਾਦ ਕਰ। ਦੇਸ਼ ਦਾ ਹਰ ਹਨੇਰਾ ਕੋਨਾ ਹਿੰਸਾ ਨਾਲ ਭਰਿਆ ਪਿਆ ਹੈ। ਤੂੰ ਅਤਿਆਚਾਰ ਹੇਠ ਦਬੇ ਲੋਕਾਂ ਨੂੰ ਅਪਮਾਨਿਤ ਨਾ ਹੋਣ ਦੇ। ਹਰ ਗਰੀਬ ਅਤੇ ਲੋੜਵੰਦ ਤੇਰੇ ਨਾਂ ਦੀ ਵਡਿਆਈ ਕਰੇ। ਹੇ ਪਰਮੇਸ਼ਰ, ਉੱਠ ਅਤੇ ਆਪਣਾ ਮੁਕੱਦਮਾ ਆਪ ਲੜ। ਤੂੰ ਲਗਾਤਾਰ ਮੂਰਖ ਦੇ ਕੋਲੋਂ ਹੋਣ ਵਾਲੀ ਆਪਣੀ ਨਿੰਦਾ ਨੂੰ ਯਾਦ ਕਰ। ਤੂੰ ਆਪਣੇ ਵਿਰੋਧੀਆਂ ਦੇ ਰੌਲੇ ਨੂੰ ਨਾ ਭੁੱਲ। ਉਹਨਾਂ ਦਾ ਰੌਲਾ ਲਗਾਤਾਰ ਉੱਪਰ ਵੱਲ ਉੱਠ ਰਿਹਾ ਹੈ। ਭਜਨਾਂ ਦੀ ਕਿਤਾਬ ਅਧਿਆਇ 75। ਹੇ ਪਰਮੇਸ਼ਰ, ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਹਾਂ, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂਕਿ ਤੂੰ ਹਰ ਸਮੇਂ ਸਾਡੇ ਨੇੜੇ ਹੈ। ਲੋਕ ਤੇਰੇ ਅਦਭੁਤ ਕੰਮਾਂ ਬਾਰੇ ਦੱਸਦੇ ਹਨ। ਪਰਮੇਸ਼ਰ ਨੇ ਕਿਹਾ, ਮੈਂ ਆਪ ਇੱਕ ਨਿਸ਼ਚਿਤ ਸਮਾਂ ਠਹਿਰਾਇਆ ਹੈ ਜਦੋਂ ਮੈਂ ਆਪ ਨਿਰਪੱਖਤਾ ਨਾਲ ਨਿਆਂ ਕਰਾਂਗਾ। ਜਦੋਂ ਸਭ ਧਰਤੀ ਅਤੇ ਇਸ ਦੇ ਨਿਵਾਸੀ ਡਗਮਗਾਉਂਦੇ ਹਨ, ਤਦ ਮੈਂ ਹੀ ਧਰਤੀ ਦੀਆਂ ਨੀਹਾਂ ਪੱਕੀਆਂ ਰੱਖਦਾ ਹਾਂ। ਮੈਂ ਹੰਕਾਰੀਆਂ ਨੂੰ ਕਿਹਾ, ਹੰਕਾਰ ਨਾ ਕਰੋ, ਅਤੇ ਦੁਸ਼ਟਾਂ ਨੂੰ ਕਿਹਾ, ਪਸ਼ੂਆਂ ਦੀ ਤਰ੍ਹਾਂ ਨਾ ਬਣੋ। ਆਪਣੀਆਂ ਧੌਣਾਂ ਉੱਚੀਆਂ ਨਾ ਕਰੋ ਅਤੇ ਨਾ ਹੀ ਹੰਕਾਰ ਭਰੇ ਬੋਲ ਆਪਣੇ ਮੂੰਹੋਂ ਕੱਢੋ। ਨਿਆਂ ਨਾ ਪੂਰਬ ਤੋਂ ਅਤੇ ਨਾ ਪੱਛਮ ਤੋਂ ਅਤੇ ਨਾ ਉੱਤਰ ਤੋਂ ਅਤੇ ਨਾ ਹੀ ਦੱਖਣ ਤੋਂ ਆਵੇਗਾ। ਪਰਮੇਸ਼ਰ ਦੇ ਹੱਥ ਵਿੱਚ ਇੱਕ ਕਟੋਰਾ ਹੈ। ਉਹ ਅੰਗੂਰੀ ਮੈਅ ਨਾਲ ਮੂੰਹੋਂ ਮੂੰਹ ਭਰਿਆ ਪਿਆ ਹੈ। ਉਹ ਉਸ ਵਿੱਚੋਂ ਇੱਕ ਬੂੰਦ ਹੇਠਾਂ ਡੋਲੇਗਾ ਤਾਂ ਧਰਤੀ ਦੇ ਸਭ ਦੁਸ਼ਟ ਲੋਕ ਉਸ ਨੂੰ ਪੂਰੀ ਤਰ੍ਹਾਂ ਨਾਲ ਪੀ ਲੈਣਗੇ। ਪਰਮੇਸ਼ਰ ਹੀ ਨਿਆਂ ਕਰਤਾ ਹੈ। ਉਹੀ ਕਿਸੇ ਨੂੰ ਨੀਵਿਆਂ ਤੇ ਕਿਸੇ ਨੂੰ ਉੱਚਿਆਂ ਕਰਦਾ ਹੈ। ਪਰ ਮੈਂ ਹਮੇਸ਼ਾ ਯਾਕੂਬ ਦੇ ਪਰਮੇਸ਼ਰ ਦੇ ਅਦਭੁਤ ਕੰਮਾਂ ਦਾ ਬਿਆਨ ਕਰਾਂਗਾ ਅਤੇ ਉਸ ਦੀ ਮਹਿਮਾ ਗਾਵਾਂਗਾ। ਮੈਂ ਦੁਸ਼ਟਾਂ ਦੀ ਧੌਣ ਤੋੜ ਦੇਵਾਂਗਾ, ਪਰ ਭਲੇ ਲੋਕਾਂ ਦੀ ਧੌਣ ਉੱਚੀ ਕੀਤੀ ਜਾਵੇਗੀ। ਭਜਨਾਂ ਦੀ ਕਿਤਾਬ ਅਧਿਆਇ 76। ਪਰਮੇਸ਼ਰ ਨੂੰ ਯਹੂਦਾ ਦੇ ਲੋਕ ਜਾਣਦੇ ਹਨ। ਇਜ਼ਰਾਈਲ ਵਿੱਚ ਉਸ ਦੇ ਨਾਂ ਦਾ ਮਾਣ ਹੈ। ਸਾਲੇਮ ਵਿੱਚ ਉਹ ਵਾਸ ਕਰਦਾ ਹੈ ਅਤੇ ਸਿਯੋਨ ਉਸ ਦੇ ਰਹਿਣ ਦੀ ਥਾਂ ਹੈ। ਉੱਥੇ ਉਸਨੇ ਵੈਰੀਆਂ ਦੇ ਅਗਨੀ ਬਾਣਾਂ ਅਤੇ ਢਾਲਾਂ, ਤਲਵਾਰਾਂ ਤੇ ਲੜਾਈ ਦੇ ਹਥਿਆਰਾਂ ਨੂੰ ਤੋੜ ਦਿੱਤਾ। ਪਹਾੜੀ ਇਲਾਕੇ ਤੋਂ ਜੇਤੂ ਹੋ ਕੇ ਮੁੜਦੇ ਸਮੇਂ ਤੂੰ ਤੇਜਵਾਨ ਅਤੇ ਪ੍ਰਤਾਪੀ ਹੈ। ਵੈਰੀ ਦੇ ਬਹਾਦਰ ਨਿਹੱਥੇ ਕਰ ਦਿੱਤੇ ਗਏ। ਉਹ ਮੌਤ ਦੀ ਨੀਂਦ ਸੌਂ ਗਏ। ਉਹਨਾਂ ਵਿੱਚੋਂ ਕਿਸੇ ਦਾ ਵੀ ਹੱਥ ਨਾ ਚੱਲ ਸਕਿਆ। ਹੇ ਯਾਕੂਬ ਦੇ ਪਰਮੇਸ਼ਰ, ਤੇਰੀ ਇੱਕ ਲਲਕਾਰ ਨਾਲ ਉਹਨਾਂ ਦੇ ਸਭ ਸਵਾਰ ਅਤੇ ਘੋੜੇ ਮੌਤ ਦੀ ਗੋਦ ਵਿੱਚ ਜਾ ਸੁੱਤੇ। ਹੇ ਪ੍ਰਭੂ, ਤੂੰ ਭਿਅੰਕਰ ਹੈ। ਜਦੋਂ ਤੂੰ ਕ੍ਰੋਧਿਤ ਹੁੰਦਾ ਹੈ, ਤੇਰੇ ਵੱਲ ਕੋਈ ਤੱਕ ਵੀ ਨਹੀਂ ਸਕਦਾ। ਤੂੰ ਸਵਰਗ ਤੋਂ ਹੀ ਆਪਣਾ ਫੈਸਲਾ ਸੁਣਾਇਆ ਤਾਂ ਧਰਤੀ ਡਰ ਦੇ ਮਾਰੇ ਚੁੱਪ ਹੋ ਗਈ। ਹਾਂ, ਜਦੋਂ ਫੈਸਲਾ ਦੇਣ ਦੇ ਲਈ ਉੱਠਿਆ ਕਿ ਤੂੰ ਧਰਤੀ ਦੇ ਸਭ ਪੀੜਤ ਲੋਕਾਂ ਦਾ ਬਚਾਅ ਕਰੇ। ਸੱਚਮੁੱਚ ਮਨੁੱਖ ਗੁੱਸੇ ਦੀ ਥਾਂ ਤੇ ਤੇਰੀ ਸਰਾਹਨਾ ਕਰੇਗਾ ਅਤੇ ਗੁੱਸੇ ਤੋਂ ਬਚੇ ਲੋਕ ਤੇਰੇ ਲਈ ਆਨੰਦ ਮਨਾਉਣਗੇ। ਪ੍ਰਭੂ, ਆਪਣੇ ਪਰਮੇਸ਼ਰ ਦੇ ਸਾਹਮਣੇ ਸੁਖਣਾ ਪੂਰੀਆਂ ਕਰੋ। ਸਭ ਪਾਸਿਆਂ ਤੋਂ ਉਸ ਦੇ ਲਈ ਭੇਂਟਾਂ ਲੈ ਕੇ ਆਵੋ। ਪ੍ਰਭੂ ਭੈ ਰੱਖਣ ਦੇ ਯੋਗ ਹੈ। ਉਹ ਰਾਜਕੁਮਾਰਾਂ ਦੇ ਹੰਕਾਰ ਨੂੰ ਖਤਮ ਕਰਦਾ ਅਤੇ ਰਾਜਿਆਂ ਤੇ ਵੱਡਾ ਭੈ ਘੱਲਦਾ ਹੈ। ਭਜਨਾਂ ਦੀ ਕਿਤਾਬ ਅਧਿਆਇ 77। ਮੈਂ ਪਰਮੇਸ਼ਰ ਨੂੰ ਉੱਚੀ ਆਵਾਜ਼ ਨਾਲ ਪੁਕਾਰਾਂਗਾ। ਮੈਂ ਉਸ ਦੇ ਅੱਗੇ ਦੁਹਾਈ ਦੇਵਾਂਗਾ ਕਿ ਉਹ ਮੇਰੀ ਸੁਣੇ। ਦੁੱਖ ਦੇ ਦਿਨਾਂ ਵਿੱਚ ਮੈਂ ਪ੍ਰਭੂ ਦੀ ਖੋਜ ਕਰਦਾ ਹਾਂ। ਰਾਤ ਦੇ ਵੇਲੇ ਬਿਨਾਂ ਥੱਕਿਆਂ ਮੇਰੇ ਹੱਥ ਉਸ ਦੀ ਵੱਲ ਉੱਠੇ ਰਹਿੰਦੇ ਹਨ ਅਤੇ ਮੇਰੇ ਮਨ ਨੂੰ ਕਿਸੇ ਤਰ੍ਹਾਂ ਵੀ ਚੈਨ ਨਹੀਂ ਮਿਲਦਾ ਹੈ। ਪਰਮੇਸ਼ਰ ਅੱਗੇ ਬੇਨਤੀ ਕਰਦਿਆਂ ਮੇਰੇ ਹੌਂਕੇ ਨਿਕਲ ਜਾਂਦੇ ਹਨ ਅਤੇ ਉਸ ਦਾ ਧਿਆਨ ਕਰਦਿਆਂ ਮੇਰਾ ਮਨ ਮਰਜਾ ਜਾਂਦਾ ਹੈ। ਤੂੰ ਮੇਰੀਆਂ ਪਲਕਾਂ ਨੂੰ ਬੰਦ ਨਹੀਂ ਹੋਣ ਦਿੰਦਾ ਅਤੇ ਮੈਂ ਦੁੱਖ ਦੇ ਕਾਰਨ ਬੋਲ ਵੀ ਨਹੀਂ ਸਕਦਾ। ਮੈਂ ਬੀਤ ਚੁੱਕੇ ਦਿਨਾਂ ਨੂੰ ਯਾਦ ਕਰਦਾ ਹਾਂ ਅਤੇ ਲੰਘ ਚੁੱਕੇ ਸਾਲਾਂ ਉੱਤੇ ਧਿਆਨ ਕਰਦਾ ਹਾਂ। ਮੈਂ ਰਾਤ ਦੇ ਸਮੇਂ ਡੂੰਘੇ ਵਿਚਾਰਾਂ ਵਿੱਚ ਡੁੱਬਾ ਰਹਿੰਦਾ ਹਾਂ। ਮੈਂ ਆਪਣੇ ਦਿਲ ਹੀ ਦਿਲ ਵਿੱਚ ਵਿਚਾਰ ਕਰਦਾ ਹਾਂ ਅਤੇ ਮੇਰੀ ਆਤਮਾ ਆਪਣੇ ਆਪ ਤੇ ਕਈ ਤਰ੍ਹਾਂ ਦੇ ਸਵਾਲ ਕਰਦੀ ਹੈ। ਕੀ ਪ੍ਰਭੂ ਨੇ ਹਮੇਸ਼ਾ ਦੇ ਲਈ ਸਾਨੂੰ ਰੱਦ ਦਿੱਤਾ ਹੈ? ਕੀ ਉਹ ਫਿਰ ਕਦੀ ਤਰਸ ਨਹੀਂ ਖਾਏਗਾ?
ਕੀ ਉਸ ਦਾ ਸਾਡੇ ਵੱਲ ਪਿਆਰ ਖਤਮ ਹੋ ਗਿਆ ਹੈ? ਕੀ ਉਸ ਦੇ ਸਾਨੂੰ ਦਿੱਤੇ ਵਚਨਾਂ ਦਾ ਅੰਤ ਹੋ ਗਿਆ ਹੈ? ਕੀ ਪਰਮੇਸ਼ਰ ਦੀ ਕਿਰਪਾ ਖਤਮ ਹੋ ਗਈ ਹੈ? ਕੀ ਉਸ ਦੀ ਦਇਆ ਦਾ ਦਰਵਾਜ਼ਾ ਬੰਦ ਹੋ ਗਿਆ ਹੈ? ਤਾਂ ਮੈਂ ਕਹਿੰਦਾ, ਮੇਰੇ ਲਈ ਦੁੱਖ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਰਮ ਪ੍ਰਧਾਨ ਦਾ ਬਲੀ ਹੱਥ ਬਦਲ ਗਿਆ ਹੈ। ਹੇ ਪ੍ਰਭੂ, ਮੈਂ ਤੇਰੇ ਕੀਤੇ ਕੰਮਾਂ ਤੇ ਧਿਆਨ ਕਰਾਂਗਾ। ਮੈਂ ਤੇਰੇ ਭੂਤਕਾਲ ਵਿੱਚ ਕੀਤੇ ਅਦਭੁਤ ਕੰਮਾਂ ਨੂੰ ਯਾਦ ਕਰਾਂਗਾ। ਮੈਂ ਤੇਰੇ ਸਭ ਕੰਮਾਂ ਤੇ ਧਿਆਨ ਕਰਾਂਗਾ ਅਤੇ ਮੈਂ ਤੇਰੇ ਭਲੇ ਕੰਮਾਂ ਤੇ ਵਿਚਾਰ ਕਰਾਂਗਾ। ਹੇ ਪਰਮੇਸ਼ਰ, ਤੇਰਾ ਰਾਹ ਪਵਿੱਤਰ ਹੈ। ਤੇਰੇ ਵਰਗਾ ਦੂਜਾ ਕੋਈ ਦੇਵਤਾ ਨਹੀਂ ਹੈ। ਹੇ ਪਰਮੇਸ਼ਰ, ਤੂੰ ਅਦਭੁਤ ਕੰਮਾਂ ਦੇ ਕਰਨ ਵਾਲਾ ਹੈ। ਤੂੰ ਕੇਵਲ ਆਪਣੀ ਸ਼ਕਤੀ ਕੌਮਾਂ ਤੇ ਪ੍ਰਗਟ ਕਰਦਾ ਹੈ। ਤੂੰ ਹੀ ਯਾਕੂਬ ਅਤੇ ਯੂਸਫ ਦੀ ਸੰਤਾਨ ਅਰਥਾਤ ਆਪਣੇ ਲੋਕਾਂ ਨੂੰ ਆਪਣੇ ਬਲ ਨਾਲ ਛੁਡਾਇਆ ਸੀ। ਹੇ ਪਰਮੇਸ਼ਰ, ਪਾਣੀ ਦੇਖਦੇ ਹੀ ਤੇਰੇ ਤੋਂ ਡਰ ਗਏ ਅਤੇ ਡੂੰਘਾਈਆਂ ਕੰਬ ਉੱਠੀਆਂ। ਬੱਦਲਾਂ ਨੇ ਮੀਂਹ ਵਰਾਇਆ, ਆਕਾਸ਼ ਗਰਜ ਉੱਠੇ ਅਤੇ ਹਰ ਪਾਸੇ ਬਿਜਲੀਆਂ ਚਮਕ ਉੱਠੀਆਂ। ਤੇਰੀ ਗਰਜ ਦੀ ਆਵਾਜ਼ ਵਾਵਰੋਲੇ ਵਿੱਚੋਂ ਆਈ। ਬਿਜਲੀਆਂ ਨਾਲ ਸੰਸਾਰ ਚਮਕ ਉੱਠਿਆ ਅਤੇ ਧਰਤੀ ਕੰਬ ਕੇ ਡੋਲ ਗਈ। ਤੂੰ ਸਮੁੰਦਰ ਵਿੱਚੋਂ ਦੀ ਲੰਘ ਗਿਆ ਅਤੇ ਤੂੰ ਵੱਡੇ ਪਾਣੀਆਂ ਨੂੰ ਤੁਰ ਕੇ ਪਾਰ ਕੀਤਾ, ਪਰ ਪਿੱਛੋਂ ਤੇਰੇ ਪੈਰਾਂ ਦੇ ਚਿੰਨ੍ਹ ਵੀ ਦਿਖਾਈ ਨਾ ਦਿੱਤੇ। ਤੂੰ ਆਪਣੇ ਲੋਕਾਂ ਦੀ ਇੱਕ ਇੱਜੜ ਦੇ ਰੂਪ ਵਿੱਚ ਅਗਵਾਈ ਕੀਤੀ। ਤੂੰ ਮੂਸਾ ਅਤੇ ਹਾਰੂਨ ਦੇ ਰਾਹੀਂ ਉਹਨਾਂ ਦੇ ਅੱਗੇ ਅੱਗੇ ਚੱਲਿਆ। ਭਜਨਾਂ ਦੀ ਕਿਤਾਬ ਅਧਿਆਇ 78। ਹੇ ਮੇਰੇ ਲੋਕੋ, ਮੇਰੀ ਵਿਵਸਥਾ ਤੇ ਆਪਣੇ ਕੰਨ ਲਾਵੋ ਅਤੇ ਮੇਰੇ ਮੂੰਹ ਦੇ ਬੋਲਾਂ ਨੂੰ ਧਿਆਨ ਨਾਲ ਸੁਣੋ। ਮੈਂ ਰੂਪ ਕਥਾਵਾਂ ਦੁਆਰਾ ਬੋਲਾਂਗਾ ਅਤੇ ਪੁਰਾਣੇ ਸਮੇਂ ਦੇ ਭੇਤ ਖੋਲਾਂਗਾ, ਜੋ ਅਸੀਂ ਸੁਣਿਆ ਅਤੇ ਜਾਣਿਆ ਸੀ ਅਤੇ ਜੋ ਸਾਡੇ ਪੁਰਖਿਆਂ ਨੇ ਸਾਨੂੰ ਦੱਸਿਆ ਸੀ। ਅਸੀਂ ਪ੍ਰਭੂ ਦੇ ਮਹਾਨ ਕੰਮਾਂ ਅਤੇ ਉਸ ਦੇ ਕੀਤੇ ਚਮਤਕਾਰਾਂ ਨੂੰ ਆਪਣੀ ਸੰਤਾਨ ਤੇ ਪ੍ਰਗਟ ਕਰਾਂਗੇ ਅਤੇ ਆਪਣੀ ਆਉਣ ਵਾਲੀਆਂ ਸਭ ਪੀੜ੍ਹੀਆਂ ਨੂੰ ਦੱਸਾਂਗੇ। ਪ੍ਰਭੂ ਨੇ ਯਾਕੂਬ ਦੀ ਸੰਤਾਨ ਸਾਹਮਣੇ ਇੱਕ ਸਾਖੀ ਕਾਇਮ ਕੀਤੀ ਅਤੇ ਇਜ਼ਰਾਇਲ ਨੂੰ ਵਿਵਸਥਾ ਦਿੱਤੀ, ਜਿਸ ਬਾਰੇ ਉਸਨੇ ਸਾਡੇ ਪੁਰਖਿਆਂ ਨੂੰ ਆਗਿਆ ਦਿੱਤੀ ਕਿ ਉਹ ਆਪਣੀ ਸੰਤਾਨ ਨੂੰ ਇਹ ਸਭ ਸਿਖਾਉਣ। ਇਸੇ ਤਰ੍ਹਾਂ ਅਗਲੀ ਪੀੜ੍ਹੀ ਜੋ ਅਜੇ ਪੈਦਾ ਵੀ ਨਹੀਂ ਹੋਈ ਇਹ ਸਭ ਜਾਣੇਗੀ ਅਤੇ ਉਹ ਫਿਰ ਅੱਗੇ ਆਪਣੀ ਸੰਤਾਨ ਨੂੰ ਵੀ ਸਿਖਾਏਗੀ, ਤਾਂ ਜੋ ਉਹ ਵੀ ਪਰਮੇਸ਼ਰ ਤੇ ਭਰੋਸਾ ਰੱਖਣ ਅਤੇ ਉਸ ਦੇ ਕੰਮਾਂ ਨੂੰ ਨਾ ਭੁੱਲਣ, ਸਗੋਂ ਉਸ ਦੇ ਹੁਕਮਾਂ ਨੂੰ ਮੰਨਣ। ਇਸ ਤਰ੍ਹਾਂ ਉਹ ਆਪਣੇ ਪੁਰਖਿਆਂ ਵਰਗੇ ਨਹੀਂ ਠਹਿਰਨਗੇ, ਅਰਥਾਤ ਜਿੱਦੀ ਤੇ ਬਦਰੋਹੀ ਲੋਕ। ਉਹ ਪੀੜ੍ਹੀ ਜਿਸ ਦਾ ਮਨ ਕਦੀ ਪੱਕਾ ਨਹੀਂ ਸੀ ਅਤੇ ਜਿਨ੍ਹਾਂ ਦੀ ਆਤਮਾ ਪਰਮੇਸ਼ਰ ਦੀ ਆਗਿਆਕਾਰੀ ਨਹੀਂ ਸੀ। ਅਫਰਾਇਮ ਦੀ ਸੰਤਾਨ ਪੂਰਨ ਹਥਿਆਰਬੰਦ ਹੋਣ ਤੇ ਵੀ ਜੰਗ ਦੇ ਦਿਨਾਂ ਵਿੱਚ ਪਿੱਛੇ ਨੱਠ ਗਈ ਸੀ। ਉਹਨਾਂ ਨੇ ਪਰਮੇਸ਼ਰ ਦੇ ਨੇਮ ਦੀ ਪਾਲਣਾ ਨਾ ਕੀਤੀ ਅਤੇ ਨਾ ਹੀ ਉਸ ਦੇ ਨਿਯਮਾਂ ਨੂੰ ਮੰਨਿਆ। ਉਹ ਉਸਦੇ ਸਭ ਕੀਤੇ ਕੰਮਾਂ ਨੂੰ ਭੁੱਲ ਗਏ ਅਤੇ ਆਪਣੇ ਅੱਖੀਂ ਉਸ ਦੇ ਕੀਤੇ ਚਮਤਕਾਰਾਂ ਨੂੰ ਵੀ ਅਣਦੇਖੇ ਕਰ ਦਿੱਤਾ। ਉਹਨਾਂ ਦੇ ਪੁਰਖਿਆਂ ਦੇ ਸਾਹਮਣੇ ਮਿਸਰ ਦੇਸ਼ ਵਿੱਚ ਸੋਨ ਦੀ ਧਰਤੀ ਤੇ ਪਰਮੇਸ਼ਰ ਨੇ ਅਦਭੁਤ ਕੰਮ ਕੀਤੇ। ਉਹ ਸਾਗਰ ਨੂੰ 2 ਹਿੱਸਿਆਂ ਵਿੱਚ ਵੰਡ ਕੇ ਉਹਨਾਂ ਨੂੰ ਪਾਰ ਲੈ ਗਿਆ ਅਤੇ ਪਾਣੀ ਨੂੰ ਉਹਨਾਂ ਦੇ ਆਸੀ-ਪਾਸੀ ਕੰਧਾਂ ਬਣਾ ਕੇ ਖੜਾ ਕਰ ਦਿੱਤਾ। ਦਿਨ ਦੇ ਸਮੇਂ ਬੱਦਲ ਨਾਲ ਅਤੇ ਰਾਤ ਦੇ ਸਮੇਂ ਅੱਗ ਦੀ ਲਾਟ ਨਾਲ ਉਸਨੇ ਉਹਨਾਂ ਦੀ ਅਗਵਾਈ ਕੀਤੀ। ਉਸਨੇ ਸੁੰਨਸਾਨ ਥਾਂ ਵਿੱਚ ਚਟਾਨਾਂ ਤੋੜ ਕੇ ਉਹਨਾਂ ਨੂੰ ਡੂੰਘਾਈ ਵਿੱਚੋਂ ਬਹੁਤਾਤ ਵਿੱਚ ਪਾਣੀ ਪੀਣ ਲਈ ਦਿੱਤਾ। ਉਸਨੇ ਚਟਾਨ ਵਿੱਚੋਂ ਚਸ਼ਮੇ ਕੱਢੇ ਅਤੇ ਪਾਣੀ ਨੂੰ ਦਰਿਆਵਾਂ ਦੇ ਰੂਪ ਵਿੱਚ ਵਗਣ ਦਿੱਤਾ। ਪਰ ਉਹ ਲੋਕ ਇਹ ਸਭ ਹੋਣ ਤੇ ਵੀ ਪਰਮੇਸ਼ਰ ਦੇ ਵਿਰੁੱਧ ਪਾਪ ਕਰਦੇ ਰਹੇ ਅਤੇ ਉਹਨਾਂ ਨੇ ਸੁੰਨਸਾਨ ਥਾਂ ਵਿੱਚ ਬਦਰੋਹ ਕੀਤਾ। ਉਹਨਾਂ ਨੇ ਭੋਜਨ ਪ੍ਰਾਪਤੀ ਦੇ ਲਈ ਪਰਮੇਸ਼ਰ ਨੂੰ ਪਰਖਿਆ। ਉਹ ਪਰਮੇਸ਼ਰ ਦੇ ਵਿਰੁੱਧ ਇਸ ਤਰ੍ਹਾਂ ਨਾਲ ਬੋਲੇ ਕਿ ਉਹ ਉਹਨਾਂ ਨੂੰ ਜੰਗਲ ਵਿੱਚ ਭੋਜਨ ਦੇ ਸਕਦਾ ਹੈ। ਇਹ ਠੀਕ ਹੈ ਕਿ ਉਸਨੇ ਚਟਾਨ ਤੋੜ ਕੇ ਪਾਣੀ ਦੇ ਚਸ਼ਮੇ ਵਗਾ ਦਿੱਤੇ, ਪਰ ਕੀ ਉਹ ਸਾਨੂੰ ਰੋਟੀ ਦੇ ਸਕਦਾ ਹੈ ਜਾਂ ਆਪਣੇ ਲੋਕਾਂ ਨੂੰ ਖਾਣ ਲਈ ਮਾਸ ਦੇ ਸਕਦਾ ਹੈ? ਪਰ ਪ੍ਰਭੂ ਇਹ ਸੁਣ ਕੇ ਕ੍ਰੋਧਿਤ ਹੋ ਉੱਠਿਆ। ਯਾਕੂਬ ਦੀ ਸੰਤਾਨ ਦੇ ਵਿਰੁੱਧ ਇੱਕ ਅੱਗ ਭੜਕ ਉੱਠੀ ਅਤੇ ਇਜ਼ਰਾਇਲ ਦੇ ਵਿਰੁੱਧ ਉਸ ਦਾ ਗੁੱਸਾ ਠਾਠਾਂ ਮਾਰਨ ਲੱਗਾ, ਕਿਉਂਕਿ ਉਹਨਾਂ ਲੋਕਾਂ ਨੇ ਪਰਮੇਸ਼ਰ ਤੇ ਵਿਸ਼ਵਾਸ ਨਹੀਂ ਕੀਤਾ ਸੀ ਅਤੇ ਨਾ ਹੀ ਉਸ ਦੀ ਮੁਕਤੀ ਤੇ ਭਰੋਸਾ ਰੱਖਿਆ ਸੀ। ਪਰਮੇਸ਼ਰ ਨੇ ਆਕਾਸ਼ਾਂ ਨੂੰ ਹੁਕਮ ਦਿੱਤਾ ਅਤੇ ਸਵਰਗ ਦੇ ਦਰਵਾਜ਼ੇ ਖੋਲ੍ਹ ਦਿੱਤੇ। ਤਦ ਉਸਨੇ ਉਹਨਾਂ ਦੇ ਲਈ ਵੇਦੀ ਭੋਜਨ ਦਾ ਮੀਂਹ ਵਰਾਇਆ
ਅਤੇ ਸਵਰਗ ਤੋਂ ਉਹਨਾਂ ਨੂੰ ਅਨਾਜ ਦਿੱਤਾ। ਇਸ ਤਰ੍ਹਾਂ ਮਨੁੱਖਾਂ ਨੇ ਸਵਰਗ ਦੂਤਾਂ ਦਾ ਭੋਜਨ ਖਾਧਾ ਅਤੇ ਪਰਮੇਸ਼ਰ ਨੇ ਉਹਨਾਂ ਨੂੰ ਲੋੜ ਅਨੁਸਾਰ ਸਭ ਕੁਝ ਦਿੱਤਾ। ਉਸ ਨੇ ਆਕਾਸ਼ ਵਿੱਚ ਪੁਰੇ ਦੀ ਹਵਾ ਵਗਾਈ ਅਤੇ ਆਪਣੀ ਸ਼ਕਤੀ ਨਾਲ ਦੱਖਣੀ ਹਵਾ ਵੀ ਚਲਾਈ। ਉਸ ਨੇ ਉਹਨਾਂ ਨੂੰ ਬਹੁਤ ਸਾਰਾ ਭੋਜਨ ਦਿੱਤਾ ਅਤੇ ਉਹਨਾਂ ਦੇ ਕੋਲ ਭਾਰੀ ਗਿਣਤੀ ਵਿੱਚ ਪੰਛੀ ਘੱਲੇ। ਉਸ ਨੇ ਉਹਨਾਂ ਪੰਛੀਆਂ ਨੂੰ ਉਹਨਾਂ ਦੇ ਡੇਰਿਆਂ ਦੇ ਵਿਚਕਾਰ ਅਰਥਾਤ ਤੰਬੂਆਂ ਦੇ ਆਸੀ-ਪਾਸੀ ਡਿੱਗਿਆ। ਸੋ ਉਹਨਾਂ ਨੇ ਰੱਜ ਕੇ ਖਾਧਾ ਅਤੇ ਪਰਮੇਸ਼ਰ ਨੇ ਉਹਨਾਂ ਨੂੰ ਉਹ ਸਭ ਦਿੱਤਾ ਜਿਨ੍ਹਾਂ ਦੀ ਉਹਨਾਂ ਨੂੰ ਚਾਹ ਸੀ। ਪਰ ਅਜੇ ਉਹਨਾਂ ਆਪਣੀ ਚਾਹ ਨੂੰ ਪੂਰਾ ਵੀ ਨਹੀਂ ਸੀ ਕੀਤਾ ਅਤੇ ਉਹਨਾਂ ਦੇ ਮੂੰਹਾਂ ਵਿੱਚ ਭੋਜਨ ਸੀ ਕਿ ਪਰਮੇਸ਼ਰ ਦਾ ਗੁੱਸਾ ਉਹਨਾਂ ਦੇ ਵਿਰੁੱਧ ਭੜਕ ਉੱਠਿਆ ਅਤੇ ਉਹਨਾਂ ਦੇ ਬਲੀ ਆਦਮੀਆਂ ਨੂੰ ਅਤੇ ਨੌਜਵਾਨਾਂ ਨੂੰ ਮਾਰ ਦਿੱਤਾ। ਇਹ ਸਭ ਹੋਣ ਤੇ ਵੀ ਉਹ ਪਾਪ ਕਰਦੇ ਰਹੇ ਅਤੇ ਪਰਮੇਸ਼ਰ ਦੇ ਅਦਭੁਤ ਕੰਮਾਂ ਤੇ ਵਿਸ਼ਵਾਸ ਨਾ ਕੀਤਾ। ਇਸ ਲਈ ਉਸ ਨੇ ਉਹਨਾਂ ਦੇ ਦਿਨਾਂ ਨੂੰ ਪਲ ਭਰ ਵਿੱਚ ਖਤਮ ਕਰ ਦਿੱਤਾ ਅਤੇ ਉਹਨਾਂ ਦੇ ਸਾਲਾਂ ਨੂੰ ਭੈ ਵਿੱਚ ਬਦਲ ਦਿੱਤਾ। ਪਰ ਜਦੋਂ ਪਰਮੇਸ਼ਰ ਨੇ ਉਹਨਾਂ ਨੂੰ ਮਾਰਿਆ ਤਾਂ ਉਹ ਫਿਰ ਪਰਮੇਸ਼ਰ ਦੀ ਖੋਜ ਕਰਨ ਲੱਗੇ। ਉਹ ਪਛਤਾਏ ਅਤੇ ਸੱਚੇ ਮਨੋਂ ਉਸ ਨੂੰ ਲੱਭਣ ਲੱਗੇ। ਉਹਨਾਂ ਯਾਦ ਕੀਤਾ ਕਿ ਉਹ ਉਹਨਾਂ ਦੀ ਚਟਾਨ ਹੈ ਅਤੇ ਪਰਮ ਪ੍ਰਧਾਨ ਪਰਮੇਸ਼ਰ ਹੀ ਉਹਨਾਂ ਦਾ ਛੁਟਕਾਰਾ ਦੇਣ ਵਾਲਾ ਹੈ। ਪਰ ਉਹਨਾਂ ਫੇਰ ਵੀ ਉਸ ਨੂੰ ਧੋਖਾ ਦਿੱਤਾ ਅਤੇ ਆਪਣੇ ਮੂੰਹ ਨਾਲ ਝੂਠ ਬੋਲਿਆ, ਕਿਉਂਕਿ ਪਰਮੇਸ਼ਰ ਦੇ ਵੱਲ ਉਹਨਾਂ ਦੇ ਮਨ ਸਾਫ਼ ਨਹੀਂ ਸਨ ਅਤੇ ਉਹ ਉਸ ਦੇ ਨੇਮ ਦੇ ਆਗਿਆਕਾਰ ਨਹੀਂ ਸਨ। ਪਰ ਪਰਮੇਸ਼ਰ ਦਿਆਲੂ ਹੈ। ਉਸ ਨੇ ਉਹਨਾਂ ਦੇ ਅਪਰਾਧ ਮਾਫ਼ ਕੀਤੇ ਅਤੇ ਉਹਨਾਂ ਨੂੰ ਨਾਸ਼ ਨਾ ਕੀਤਾ। ਉਸ ਨੇ ਬਹੁਤ ਵਾਰੀ ਆਪਣੇ ਗੁੱਸੇ ਨੂੰ ਰੋਕਿਆ ਅਤੇ ਆਪਣੇ ਕ੍ਰੋਧ ਨੂੰ ਭੜਕਣ ਨਾ ਦਿੱਤਾ। ਉਹ ਜਾਣਦਾ ਸੀ ਕਿ ਉਹ ਕੇਵਲ ਪ੍ਰਾਣੀ ਹਨ, ਉਹ ਕੇਵਲ ਹਵਾ ਮਾਤਰ ਹਨ ਜੋ ਇੱਕ ਵਾਰ ਵਗ ਕੇ ਵਾਪਸ ਨਹੀਂ ਆਉਂਦੀ। ਉਹਨਾਂ ਕਿੰਨੀ ਵਾਰ ਸੁੰਨਸਾਨ ਇਲਾਕੇ ਵਿੱਚ ਪਰਮੇਸ਼ਰ ਦਾ ਵਿਰੋਧ ਕੀਤਾ ਅਤੇ ਉਸ ਨੂੰ ਦੁਖੀ ਕੀਤਾ। ਉਹਨਾਂ ਬਾਰ-ਬਾਰ ਉਸ ਨੂੰ ਪਰਖਿਆ ਅਤੇ ਇਜ਼ਰਾਈਲ ਦੇ ਪਵਿੱਤਰ ਨੂੰ ਚਿੜਾਇਆ। ਉਹ ਉਸ ਦੀ ਸ਼ਕਤੀ ਅਤੇ ਉਹ ਦਿਨ ਵੀ ਭੁੱਲ ਗਏ ਹਨ ਜਦੋਂ ਉਸ ਨੇ ਉਹਨਾਂ ਨੂੰ ਵੈਰੀ ਤੋਂ ਬਚਾਇਆ ਸੀ। ਉਹ ਸਭ ਕੁਝ ਭੁੱਲ ਗਏ ਸਨ, ਉਸ ਦੇ ਮਿਸਰ ਵਿੱਚ ਦਿਖਾਏ ਚਿੰਨ੍ਹਾਂ ਨੂੰ ਅਤੇ ਸੋਨ ਦੀ ਧਰਤੀ ਤੇ ਚਮਤਕਾਰਾਂ ਨੂੰ ਵੀ। ਉਸ ਨੇ ਮਿਸਰ ਦੇ ਦਰਿਆਵਾਂ ਨੂੰ ਲਹੂ ਵਿੱਚ ਬਦਲ ਦਿੱਤਾ, ਇਸ ਲਈ ਉਹ ਆਪਣੇ ਚਸ਼ਮਿਆਂ ਦਾ ਪਾਣੀ ਨਾ ਪੀ ਸਕੇ। ਉਸ ਨੇ ਉੱਥੇ ਮੱਖਾਂ ਦੇ ਝੁੰਡ ਘੱਲੇ ਜੋ ਉਹਨਾਂ ਨੂੰ ਖਾ ਗਏ। ਉਸ ਝੁੰਡ ਘੱਲੇ ਜਿਨ੍ਹਾਂ ਨੇ ਉਹਨਾਂ ਦਾ ਨਾਸ਼ ਕਰ ਦਿੱਤਾ। ਉਸ ਨੇ ਉਹਨਾਂ ਦੀਆਂ ਫਸਲਾਂ ਕੀੜਿਆਂ ਨੂੰ ਅਤੇ ਉਹਨਾਂ ਦੀ ਮਿਹਨਤ ਦਾ ਫਲ ਟਿੱਡੀਆਂ ਨੂੰ ਦੇ ਦਿੱਤਾ। ਉਸ ਨੇ ਉਹਨਾਂ ਦੇ ਅੰਗੂਰੀ ਬਾਗ ਗੜਿਆਂ ਨਾਲ ਅਤੇ ਗੁੱਲਰ ਦੇ ਰੁੱਖ ਕੋਰੇ ਨਾਲ ਨਾਸ਼ ਕਰ ਦਿੱਤੇ। ਉਸ ਨੇ ਉਹਨਾਂ ਦੇ ਪਸ਼ੂਆਂ ਨੂੰ ਗੜਿਆਂ ਨਾਲ ਅਤੇ ਉਹਨਾਂ ਦੇ ਇੱਜੜਾਂ ਨੂੰ ਬਿਜਲੀ ਨਾਲ ਮਾਰ ਦਿੱਤਾ। ਉਸ ਨੇ ਉਹਨਾਂ ਉੱਤੇ ਆਪਣੇ ਕਹਿਰ ਦਾ ਗੁੱਸਾ ਭੜਕਾਇਆ ਅਤੇ ਉਹਨਾਂ ਉੱਤੇ ਆਪਣਾ ਕ੍ਰੋਧ, ਰੋਸ ਅਤੇ ਸੰਕਟ ਪ੍ਰਗਟ ਕੀਤੇ। ਇਸ ਤਰ੍ਹਾਂ ਉਸ ਨੇ ਉਹਨਾਂ ਕੋਲ ਬੁਰਾਈ ਦੇ ਦੂਤ ਘੱਲੇ, ਸੋ ਉਸ ਨੇ ਉਹਨਾਂ ਤੇ ਆਪਣਾ ਪੂਰਾ ਗੁੱਸਾ ਪ੍ਰਗਟ ਕੀਤਾ। ਇੱਥੋਂ ਤੱਕ ਉਸ ਨੇ ਉਹਨਾਂ ਨੂੰ ਮੌਤ ਤੋਂ ਵੀ ਨਾ ਬਚਾਇਆ ਅਤੇ ਉਹਨਾਂ ਦੇ ਜੀਵਨ ਮਹਾਂਮਾਰੀਆਂ ਦੇ ਹਵਾਲੇ ਕਰ ਦਿੱਤੇ। ਉਸ ਨੇ ਮਿਸਰ ਦੇ ਪਲੋਠੇ ਅਰਥਾਤ ਹਾਮ ਦੀ ਸੰਤਾਨ ਦੇ ਪਹਿਲੇ ਫਲਾਂ ਨੂੰ ਮਾਰ ਦਿੱਤਾ। ਤਦ ਉਸ ਨੇ ਆਪਣੇ ਲੋਕਾਂ ਨੂੰ ਭੇਡ ਦੀ ਤਰ੍ਹਾਂ ਅੱਗੇ ਚਲਾਇਆ ਅਤੇ ਉਜਾੜ ਵਿੱਚ ਇੱਜੜ ਦੀ ਤਰ੍ਹਾਂ ਉਹਨਾਂ ਦੀ ਅਗਵਾਈ ਕੀਤੀ। ਉਸ ਨੇ ਸੁਰੱਖਿਅਤ ਰੂਪ ਵਿੱਚ ਉਹਨਾਂ ਦੀ ਅਗਵਾਈ ਕੀਤੀ ਅਤੇ ਉਹ ਨਾ ਡਰੇ। ਉਹਨਾਂ ਦੇ ਬੈਰੀਆਂ ਨੂੰ ਸਮੁੰਦਰ ਦੇ ਪਾਣੀਆਂ ਨੇ ਦਬਾ ਦਿੱਤਾ। ਉਹ ਉਹਨਾਂ ਨੂੰ ਪਵਿੱਤਰ ਧਰਤੀ ਤੇ ਲੈ ਆਇਆ, ਉਸ ਪਹਾੜ ਤੇ ਜਿਸ ਨੂੰ ਉਸ ਨੇ ਆਪ ਜਿੱਤਿਆ ਸੀ। ਉਸ ਨੇ ਉਹਨਾਂ ਦੇ ਅੱਗਿਓਂ ਕੌਮਾਂ ਨੂੰ ਕੱਢ ਦਿੱਤਾ ਅਤੇ ਉਹਨਾਂ ਨੂੰ ਉਹਨਾਂ ਦੀ ਧਰਤੀ ਵਿਰਸੇ ਦੇ ਤੌਰ ਤੇ ਦੇ ਦਿੱਤੀ ਅਤੇ ਇਜ਼ਰਾਈਲ ਦੇ ਕਬੀਲਿਆਂ ਨੂੰ ਉੱਥੇ ਵਸਾ ਦਿੱਤਾ। ਪਰ ਉਹਨਾਂ ਫਿਰ ਵੀ ਪਰਮ ਪ੍ਰਧਾਨ ਪਰਮੇਸ਼ਰ ਨੂੰ ਪਰਖ ਕੇ ਉਸ ਨੂੰ ਭੜਕਾਇਆ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਨਾ ਕੀਤੀ। ਉਹਨਾਂ ਨੇ ਆਪਣੇ ਪੁਰਖਿਆਂ ਨਾਲ ਆਪਣੇ ਮੂੰਹ ਉਸ ਵੱਲੋਂ ਪਿਛਾਂਹ ਮੋੜ ਲਏ ਅਤੇ ਪਰਮੇਸ਼ਰ ਵਿਰੁੱਧ ਵਿਸ਼ਵਾਸਘਾਤ ਕੀਤਾ। ਉਹ ਵਿੰਗੇ ਤੀਰ ਕਮਾਨਾਂ ਵਾਂਗ ਨਿਕੰਮੇ ਨਿਕਲੇ। ਉਹਨਾਂ ਨੇ ਉਸ ਨੂੰ ਆਪਣੀਆਂ ਪੱਕੀਆਂ ਉੱਚੀਆਂ ਥਾਵਾਂ ਦੀ ਪੂਜਾ ਨਾਲ ਭੜਕਾਇਆ ਅਤੇ ਮੂਰਤੀ ਪੂਜਾ ਨਾਲ ਉਸ ਨੂੰ ਗੁੱਸੇ ਕੀਤਾ। ਪਰਮੇਸ਼ਰ ਇਹ ਸਭ ਦੇਖ ਕੇ ਕ੍ਰੋਧਿਤ ਹੋ ਉੱਠਿਆ ਅਤੇ ਉਸ ਨੇ ਇਜ਼ਰਾਈਲ ਨੂੰ ਤਿਆਗ ਦਿੱਤਾ। ਉਸ ਨੇ ਸਿਲੋਹ ਵਿਚਲੇ ਆਪਣੇ ਡੇਰੇ ਨੂੰ ਛੱਡ ਦਿੱਤਾ ਜਿੱਥੇ ਉਹ ਸਾਡੇ ਵਿਚਕਾਰ ਰਹਿੰਦਾ ਸੀ। ਉਸ ਨੇ ਆਪਣੇ ਮਹਿਮਾ ਅਤੇ ਸ਼ਕਤੀ ਦੇ ਚਿੰਨ੍ਹ ਅਰਥਾਤ ਨੇਮ ਦੇ ਤੰਬੂ ਨੂੰ ਸਾਡੇ ਵੈਰੀਆਂ ਦੇ ਹੱਥੀਂ ਸੌਂਪ ਦਿੱਤਾ। ਉਸ ਨੇ ਆਪਣੇ ਲੋਕਾਂ ਦੇ ਤੇ ਆਪਣਾ ਕ੍ਰੋਧ ਪ੍ਰਗਟ ਕੀਤਾ ਅਤੇ ਉਹਨਾਂ ਨੂੰ ਤਲਵਾਰ ਨਾਲ ਕਤਲ ਹੋਣ ਦੇ ਲਈ ਸੌਂਪ ਦਿੱਤਾ। ਸੋ ਉਹਨਾਂ ਦੇ ਜਵਾਨ ਗੱਭਰੂ ਨਾਸ਼ ਹੋ ਗਏ ਅਤੇ ਉਹਨਾਂ ਦੀਆਂ ਕੁਆਰੀਆਂ ਨਾਲ ਵਿਆਹ ਕਰਨ ਵਾਲਾ ਪਿੱਛੇ ਕੋਈ ਨਾ ਰਿਹਾ।
ਉਹਨਾਂ ਦੇ ਪੁਰੋਹਿਤ ਵੀ ਤਲਵਾਰ ਨਾਲ ਮਾਰ ਦਿੱਤੇ ਗਏ ਅਤੇ ਉਹਨਾਂ ਦੀਆਂ ਵਿਧਵਾਵਾਂ ਨੂੰ ਸੋਗ ਵੀ ਨਾ ਕਰਨ ਦਿੱਤਾ। ਪਰ ਅੰਤ ਸੁਆਮੀ ਨੀਂਦ ਤੋਂ ਜਾਗਿਆ। ਉਹ ਇੱਕ ਤਕੜੇ ਮਨੁੱਖ ਦੇ ਵਾਂਗ ਨਿਸ਼ਚਈ ਹੋ ਉੱਠਿਆ। ਤਦ ਉਸਨੇ ਆਪਣੇ ਵੈਰੀਆਂ ਨੂੰ ਪਿੱਛੇ ਖਦੇੜ ਦਿੱਤਾ ਅਤੇ ਉਹਨਾਂ ਨੂੰ ਹਮੇਸ਼ਾ ਦੇ ਲਈ ਅਪਮਾਨਿਤ ਕਰ ਦਿੱਤਾ। ਪਰ ਉਸਨੇ ਯੂਸਫ ਦੇ ਕਬੀਲੇ ਨੂੰ ਰੱਦ ਦਿੱਤਾ ਅਤੇ ਨਾ ਅਫਰਾਇਮ ਦੇ ਕਬੀਲੇ ਵਿੱਚੋਂ ਕਿਸੇ ਨੂੰ ਚੁਣਿਆ, ਸਗੋਂ ਉਸਨੇ ਯਹੂਦਾ ਦੇ ਕਬੀਲੇ ਨੂੰ ਚੁਣ ਲਿਆ, ਅਰਥਾਤ ਆਪਣੇ ਪਿਆਰੇ ਸਿਯੋਨ ਪਹਾੜ ਨੂੰ। ਉੱਥੇ ਹੀ ਉਸਨੇ ਆਪਣਾ ਮੰਦਰ ਆਪਣੇ ਸਵਰਗ ਵਿਚਲੇ ਘਰ ਵਰਗਾ ਬਣਾਇਆ। ਉਸਨੇ ਉਹ ਹਮੇਸ਼ਾ ਰਹਿਣ ਵਾਲੀ ਧਰਤੀ ਦੇ ਵਾਂਗ ਸੁਰੱਖਿਅਤ ਬਣਾਇਆ। ਉਸਨੇ ਆਪਣੇ ਦਾਸ ਦਾਊਦ ਨੂੰ ਚੁਣਿਆ ਅਤੇ ਉਸ ਨੂੰ ਵਾੜਿਆਂ ਵਿੱਚੋਂ ਕੱਢ ਕੇ ਲਿਆਂਦਾ। ਉਸਨੇ ਦਾਊਦ ਨੂੰ ਭੇਡਾਂ ਦੇ ਪਿੱਛੋਂ ਚੱਲਣੋਂ ਹਟਾ ਕੇ ਆਪਣੇ ਲੋਕਾਂ ਯਾਕੂਬ ਦੀ ਸੰਤਾਨ ਅਰਥਾਤ ਆਪਣੇ ਵਿਰਸੇ ਇਜ਼ਰਾਇਲ ਦਾ ਚਰਵਾਹਾ ਥਾਪ ਦਿੱਤਾ। ਤਦ ਦਾਊਦ ਨੇ ਆਪਣੇ ਮਨ ਦੀ ਸ਼ੁੱਧਤਾ ਨਾਲ ਉਹਨਾਂ ਦੀ ਰਖਵਾਲੀ ਕੀਤੀ ਅਤੇ ਪੂਰੀ ਲਗਨ ਨਾਲ ਉਹਨਾਂ ਦੀ ਅਗਵਾਈ ਕੀਤੀ। ਭਜਨਾਂ ਦੀ ਕਿਤਾਬ ਅਧਿਆਇ 79। ਹੇ ਪਰਮੇਸ਼ਰ, ਪਰਾਈਆਂ ਕੌਮਾਂ ਨੇ ਤੇਰੀ ਪਵਿੱਤਰ ਧਰਤੀ ਤੇ ਹੱਲਾ ਬੋਲਿਆ ਹੈ। ਉਹਨਾਂ ਨੇ ਤੇਰੇ ਪਵਿੱਤਰ ਮੰਦਰ ਨੂੰ ਅਪਵਿੱਤਰ ਕੀਤਾ ਹੈ ਅਤੇ ਤੇਰੇ ਸ਼ਹਿਰ ਯਰੂਸ਼ਲਮ ਵਿੱਚ ਤਬਾਹੀ ਮਚਾਈ ਹੈ। ਉਹਨਾਂ ਨੇ ਤੇਰੇ ਦਾਸਾਂ ਦੇ ਮੁਰਦਾ ਸਰੀਰ ਚੀਲਾਂ ਨੂੰ ਅਤੇ ਜੰਗਲੀ ਜਾਨਵਰਾਂ ਨੂੰ ਖਾਣ ਲਈ ਦਿੱਤੇ ਹਨ। ਉਹਨਾਂ ਨੇ ਤੇਰੇ ਦਾਸਾਂ ਦਾ ਲਹੂ ਯਰੂਸ਼ਲਮ ਵਿੱਚ ਹਰ ਪਾਸੇ ਪਾਣੀ ਦੀ ਤਰ੍ਹਾਂ ਡੋਲਿਆ ਹੈ। ਉੱਥੇ ਉਹਨਾਂ ਦੇ ਦੱਬਣ ਵਾਲਾ ਕੋਈ ਨਹੀਂ ਰਿਹਾ ਹੈ। ਅਸੀਂ ਆਪਣੇ ਗੁਆਂਢੀਆਂ ਲਈ ਨਿੰਦਾ ਦਾ ਕਾਰਨ ਬਣੇ ਹਾਂ। ਸਾਡੇ ਆਲੇ ਦੁਆਲੇ ਦੇ ਲੋਕ ਸਾਨੂੰ ਠੱਠੇ ਕਰਦੇ ਹਨ। ਹੇ ਪ੍ਰਭੂ, ਤੂੰ ਕਦੋਂ ਤੱਕ ਸਾਡੇ ਨਾਲ ਗੁੱਸੇ ਰਹੇਂਗਾ? ਕੀ ਤੇਰੀ ਅਣਖ ਸਾਨੂੰ ਅੱਗ ਦੀ ਤਰ੍ਹਾਂ ਭਸਮ ਕਰ ਦੇਵੇਗੀ? ਤੂੰ ਆਪਣਾ ਕ੍ਰੋਧ ਉਹਨਾਂ ਕੌਮਾਂ ਤੇ ਜੋ ਤੈਨੂੰ ਨਹੀਂ ਜਾਣਦੀਆਂ ਅਤੇ ਉਹਨਾਂ ਰਾਸ਼ਟਰਾਂ ਤੇ ਪ੍ਰਗਟ ਕਰ ਜੋ ਤੇਰੇ ਨਾਂ ਨੂੰ ਨਹੀਂ ਮੰਨਦੇ ਹਨ, ਕਿਉਂਕਿ ਉਹਨਾਂ ਯਾਕੂਬ ਦੀ ਸੰਤਾਨ ਨੂੰ ਖਤਮ ਕਰ ਦਿੱਤਾ ਹੈ ਅਤੇ ਉਹਨਾਂ ਦੇ ਰਹਿਣ ਦੀ ਥਾਂ ਨੂੰ ਵੀ ਤਬਾਹ ਕਰ ਦਿੱਤਾ ਹੈ। ਤੂੰ ਸਾਨੂੰ ਸਾਡੇ ਪੁਰਖਿਆਂ ਦੇ ਪਾਪ ਦੀ ਸਜ਼ਾ ਨਾ ਦੇ। ਤੂੰ ਸਾਡੇ ਤੇ ਤਰਸ ਖਾ, ਕਿਉਂਕਿ ਸਾਡਾ ਬਹੁਤ ਬੁਰਾ ਹਾਲ ਹੋ ਚੁੱਕਾ ਹੈ। ਹੇ ਪਰਮੇਸ਼ਰ, ਸਾਡੀ ਮੁਕਤੀ, ਤੂੰ ਸਾਡੀ ਮਦਦ ਕਰ। ਤੂੰ ਆਪਣੇ ਨਾਂ ਦੀ ਖਾਤਰ ਸਾਨੂੰ ਬਚਾ ਅਤੇ ਮਾਫ ਕਰ। ਪਰਾਈਆਂ ਕੌਮਾਂ ਇਸ ਤਰ੍ਹਾਂ ਕਿਉਂ ਕਹਿਣ, ਤੁਹਾਡਾ ਪਰਮੇਸ਼ਰ ਕਿੱਥੇ ਹੈ? ਤੂੰ ਸਾਡੀਆਂ ਅੱਖਾਂ ਦੇ ਸਾਹਮਣੇ ਆਪਣੇ ਦਾਸਾਂ ਦੇ ਖੂਨ ਦਾ ਬਦਲਾ ਪਰਾਈਆਂ ਕੌਮਾਂ ਤੋਂ ਲੈ। ਬੰਦੀ ਲੋਕਾਂ ਦਾ ਕਰਾਉਣਾ ਤੇਰੇ ਤੱਕ ਪਹੁੰਚੇ। ਤੂੰ ਆਪਣੀ ਮਹਾਨ ਸ਼ਕਤੀ ਨਾਲ ਮਰ ਰਹੇ ਲੋਕਾਂ ਦਾ ਬਚਾਅ ਕਰ। ਹੇ ਪ੍ਰਭੂ, ਤੂੰ ਆਪਣੇ ਨਿੰਦਕ ਗੁਆਂਢੀਆਂ ਨੂੰ, ਜਿਨ੍ਹਾਂ ਨੇ ਅਸਲ ਵਿੱਚ ਤੇਰੀ ਹੀ ਨਿੰਦਾ ਕੀਤੀ ਹੈ, 7 ਗੁਣਾ ਬਦਲਾ ਦੇ। ਤਦ ਅਸੀਂ ਤੇਰੇ ਲੋਕ, ਤੇਰੀ ਚਰਾਗਾਹ ਦੀਆਂ ਭੇਡਾਂ ਹਮੇਸ਼ਾ ਦੇ ਲਈ ਤੇਰਾ ਧੰਨਵਾਦ ਕਰਾਂਗੇ। ਅਸੀਂ ਪੀੜ੍ਹੀਓ ਪੀੜ੍ਹੀ ਤੇਰੀ ਮਹਿਮਾ ਕਰਾਂਗੇ। ਭਜਨਾਂ ਦੀ ਕਿਤਾਬ ਅਧਿਆਇ 80। ਹੇ ਇਜ਼ਰਾਇਲ ਦੇ ਚਰਵਾਹੇ, ਸੁਣ ਅਤੇ ਆਪਣੇ ਆਪ ਨੂੰ ਪ੍ਰਗਟ ਕਰ। ਤੂੰ ਯੂਸਫ ਦੀ ਸੰਤਾਨ ਦੀ ਅਗਵਾਈ ਕਰਦਾ ਹੈ ਅਤੇ ਤੂੰ ਕਰੂਬੀਆਂ ਉੱਤੇ ਬਿਰਾਜਮਾਨ ਹੈ। ਤੂੰ ਅਫਰਾਇਮ, ਬੈਨਯਾਮੀਨ ਅਤੇ ਮਨੱਸ਼ਾ ਦੀਆਂ ਸੰਤਾਨਾਂ ਅੱਗੇ ਆਪਣਾ ਬਲ ਪ੍ਰਗਟ ਕਰ ਅਤੇ ਸਾਡੇ ਬਚਾਅ ਲਈ ਆ। ਹੇ ਪਰਮੇਸ਼ਰ, ਸਾਨੂੰ ਮੁੜ ਬਹਾਲ ਕਰ। ਤੂੰ ਆਪਣਾ ਚਾਨਣ ਸਾਡੇ ਤੇ ਚਮਕਾ ਅਤੇ ਸਾਡਾ ਬਚਾਅ ਕਰ। ਹੇ ਸੈਨਾਵਾਂ ਦੇ ਪ੍ਰਭੂ ਪਰਮੇਸ਼ਰ, ਤੂੰ ਕਦ ਤੱਕ ਆਪਣੇ ਲੋਕਾਂ ਦੀਆਂ ਪ੍ਰਾਰਥਨਾਵਾਂ ਤੇ ਗੁੱਸੇ ਰਹੇਂਗਾ? ਤੂੰ ਪਾਣੀ ਤੇ ਰੋਟੀ ਦੀ ਥਾਂ ਹੰਝੂ ਹੀ ਉਹਨਾਂ ਨੂੰ ਦਿੱਤੇ। ਤੂੰ ਸਾਨੂੰ ਸਾਡੇ ਵੈਰੀਆਂ ਦੇ ਲਈ ਝਗੜੇ ਦਾ ਕਾਰਨ ਬਣਾਇਆ ਅਤੇ ਉਹ ਸਾਡੇ ਤੇ ਮਨ-ਮਾਨੇ ਤਾਨੇ ਕੱਸਦੇ ਹਨ। ਹੇ ਸੈਨਾਵਾਂ ਦੇ ਪਰਮੇਸ਼ਰ, ਤੂੰ ਆਪਣਾ ਚਾਨਣ ਸਾਡੇ ਤੇ ਚਮਕਾ ਅਤੇ ਸਾਡਾ ਬਚਾਅ ਕਰ। ਤੂੰ ਮਿਸਰ ਦੇਸ਼ ਤੋਂ ਇੱਕ ਅੰਗੂਰ ਦੀ ਵੇਲ ਲੈ ਆਇਆ ਅਤੇ ਦੂਜੀਆਂ ਕੌਮਾਂ ਨੂੰ ਉਹਨਾਂ ਦੀ ਧਰਤੀ ਤੋਂ ਬਾਹਰ ਕੱਢ ਕੇ ਉਸ ਨੂੰ ਉੱਥੇ ਲਾ ਦਿੱਤਾ। ਤੂੰ ਉਸ ਦੇ ਲਈ ਥਾਂ ਤਿਆਰ ਕੀਤਾ ਅਤੇ ਉਸ ਨੇ ਜੜ ਪਕੜ ਲਈ ਅਤੇ ਉਹ ਸਾਰੀ ਧਰਤੀ ਤੇ ਫੈਲ ਗਈ। ਪਹਾੜ ਉਸ ਦੀ ਥਾਂ ਨਾਲ ਅਤੇ ਵੱਡੇ ਦਿਆਰ ਉਸ ਦੀਆਂ ਟਾਹਣੀਆਂ ਨਾਲ ਢਕੇ ਗਏ। ਇਸ ਦੀਆਂ ਸ਼ਾਖਾਂ ਇੱਕ ਪਾਸੇ ਵੱਡੇ ਸਾਗਰ ਤੱਕ ਅਤੇ ਦੂਜੇ ਪਾਸੇ ਫਰਾਤ ਦਰਿਆ ਤੱਕ ਫੈਲ ਗਈਆਂ। ਤੂੰ ਉਸ ਦੀ ਵਾੜ ਨੂੰ ਕਿਉਂ ਤੋੜ ਦਿੱਤਾ? ਸਭ ਲੰਘਣ ਵਾਲੇ ਉਸ ਦੇ ਅੰਗੂਰ ਤੋੜਦੇ ਹਨ। ਜੰਗਲੀ ਸੂਰ ਉਸ ਨੂੰ ਉਜਾੜਦਾ ਹੈ ਅਤੇ ਮੈਦਾਨੀ ਪਸ਼ੂ ਉਸ ਨੂੰ ਚਾਰੇ ਦੀ ਥਾਂ ਖਾਂਦੇ ਹਨ। ਹੇ ਸੈਨਾਵਾਂ ਦੇ ਪਰਮੇਸ਼ਰ, ਤੂੰ ਸਾਡੇ ਵੱਲ ਇੱਕ ਵਾਰ ਫਿਰ ਧਿਆਨ ਦੇ। ਇਹੀ ਸਾਡੀ ਪ੍ਰਾਰਥਨਾ ਹੈ। ਤੂੰ ਸਵਰਗ ਤੋਂ ਦੇਖ ਅਤੇ ਇਸ ਵੇਲ ਦੀ ਚਿੰਤਾ ਕਰ। ਤੂੰ ਆਪਣੀ ਲਾਈ ਇਸ ਵੇਲ ਨੂੰ, ਜਿਸ ਦੀਆਂ ਸ਼ਾਖਾਂ ਨੂੰ ਤੂੰ ਆਪ ਮੋਟਿਆਂ ਕੀਤਾ, ਆ ਕੇ ਬਚਾ। ਉਹ ਸਭ ਵੈਰੀ ਤੇਰੇ ਮੂੰਹ ਦੇ ਗੁੱਸੇ ਦੀ ਭੜਕ ਨਾਲ ਨਾਸ਼ ਹੋ ਜਾਣ।
ਉਹਨਾਂ ਨੇ ਹੀ ਇਸ ਨੂੰ ਅੱਗ ਨਾਲ ਭਸਮ ਕੀਤਾ ਅਤੇ ਕੱਟ ਸੁੱਟਿਆ ਹੈ। ਤੂੰ ਆਪਣੇ ਚੁਣੇ ਲੋਕਾਂ 'ਤੇ ਆਪਣਾ ਹੱਥ ਰੱਖ, ਜਿਨ੍ਹਾਂ ਨੂੰ ਤੂੰ ਆਪਣੇ ਲਈ ਹੀ ਤਕੜਿਆਂ ਕੀਤਾ ਹੈ। ਤਦ ਅਸੀਂ ਤੇਰੇ ਵੱਲੋਂ ਫਿਰ ਕਦੀ ਨਹੀਂ ਮੂੰਹ ਮੋੜਾਂਗੇ। ਤੂੰ ਸਾਨੂੰ ਜਿਉਂਦਿਆਂ ਰੱਖ ਅਤੇ ਅਸੀਂ ਤੇਰੇ ਨਾਂ ਦੀ ਵਡਿਆਈ ਕਰਾਂਗੇ। ਹੇ ਸੈਨਾਵਾਂ ਦੇ ਪ੍ਰਭੂ ਪਰਮੇਸ਼ਰ, ਤੂੰ ਆਪਣਾ ਚਾਨਣ ਸਾਡੇ 'ਤੇ ਚਮਕਾ ਅਤੇ ਸਾਡਾ ਬਚਾਅ ਕਰ।